सब आण निभाई, तिन सब आण निभाई, तिन सब आण निभाई।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਵਡਿਆਈ ਵਿਚਾਰ ਦੇ ਸੈਸ਼ਨ ਦੇ ਵਿੱਚ ਜੀ। ਤੇ ਅੱਜ ਦੀ ਜਾਪ ਦੀ ਸੇਵਾ ਸਾਨੂੰ ਕਰਾਉਣਗੇ ਜੀ ਵਰਿੰਦਰਜੀਤ ਕੌਰ ਜੀ। ਤੇ ਮੈਂ ਰਿਕੁਐਸਟ ਕਰਦਾ ਜੇ ਉਹ ਅਵੇਲੇਬਲ ਨੇ ਪਲੀਜ਼ ਆਪਣਾ ਹੈਂਡ ਰੇਜ਼ ਕਰ ਦੇਣ ਜੀ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ। ਹਾਂਜੀ ਵੀਰ ਜੀ ਸਟਾਰਟ ਕਰਾਂ। ਹਾਂਜੀ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਇੱਕ ਮਿੰਟ ਦਾ ਇੱਕ ਸ਼ਬਦ ਵੀ ਪੜਾਂ। ਹਾਂਜੀ ਜੀ। ਹਾਂਜੀ ਠੀਕ ਹੈ ਜੀ। ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਐ। ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਐ। ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਐ। ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਪੂਰੀ ਐ। ਐ। ਸਤਿਗੁਰ ਹੋਏ ਦਿਆਲ ਨ ਕਬਹੂ ਚੂਰੀਐ। ਸਤਿਗੁਰ ਹੋਏ ਦਿਆਲ ਨ ਕਬਹੂ ਚੂਰੀਐ।
सतगुर होए दयाल ता दुख ना जानिए सतगुर होए दयाल ता दुख ना जानिए सतगुर होए दयाल ता हर रंग मानिए सतगुर होए दयाल तार रंग मानिया सतगुर होए दयाल ता हर रंग मानिए सतगुर होए दयाल ता जम का डर के हाँ सतगुर होए दयाल ता जम का डर के हाँ सतगुर होए दयाल ता सदी सुख देहा सतगुर होए दयाल ता सद ही सुख देहा सतगुर होए दयाल ता नाम निद पाइए सतगुर होए दयाल ता नाम निद पाइया सतगुर होए दयाल ता सच समाइए सतगुर होए दयाल ता सच समाइया सतगुर होए दयाल ता शरदा पूरिए सतगुर होए दयाल ता शरदा पूरिए सतगुर होए दयाल ता शरदा पूरिया सतगुर होए दयाल ता शरदा पूरिया वाहिगुरु जी का खालसा वाहिगुरु जी की फतेह। ਵਾਹ ਜੀ, ਬਹੁਤ ਆਨੰਦਮਈ ਮਾਹੌਲ ਜੀ। ਤੇ ਅੱਜ ਦੇ ਸ਼ਲੋਕ ਦੀ ਸੇਵਾ ਵੀ ਵਰਿੰਦਰਜੀਤ ਕੌਰ ਆਂਟੀ ਜੀ ਦੀ ਹੈਗੀ ਆ, ਤੇ ਮੈਂ ਰਿਕੁਐਸਟ ਕਰਾਂਗਾ ਪਲੀਜ਼ ਸਕਰੀਨ ਸ਼ੇਅਰਿੰਗ ਕਰ ਦੇਣ। ਤੇ ਆਂਟੀ ਪਲੀਜ਼ ਇੱਕ ਵਾਰ ਸ਼ਲੋਕ ਅਰਥ ਤੇ ਇੱਕ ਵਾਰ ਆਪਣੇ ਵਿਊਜ਼ ਜ਼ਰੂਰ ਰੱਖੋ ਜੀ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ। कबीर अंबर कन हर्षाया बरख परे सरताल चात्रिक ज्यों तरसत रहे तिनको कौन हवाल। कबीर अंबर कन हर्षाया बरख परे सरताल चात्रिक ज्यों तरसत रहे तिनको कौन हवाल। पदार्थ अंबर आकाश आसमान, कनहर बदल, छाया हिलर गए विश गए, बरख वर्क के वस के, सर ताल सरोवर तालाब, चात्रिक पपीहा ਰਹਿ ਰਹਿੰਦੇ ਹਨ, ਕੌਣ ਹਵਾਲ ਭਾਵ ਭੈੜਾ ਹੀ ਹਾਲ। ਅਰਥ ਹੇ ਕਬੀਰ ਵਰਖਾ ਰੁੱਤੇ ਬੱਦਲ ਆਕਾਸ਼ ਵਿੱਚ ਚਾਰ ਚੁਫੇਰੇ ਵਿਛ ਜਾਂਦਾ ਹੈ, ਵਰਖਾ ਕਰਕੇ ਨਿੱਕੇ ਵੱਡੇ ਸਾਰੇ ਸਰੋਵਰ ਤਾਲਾਬ ਭਰ ਦਿੰਦਾ ਹੈ, ਪਰ ਪਪੀਹਾ ਫਿਰ ਵੀ ਵਰਖਾ ਦੀ ਬੂੰਦ ਨੂੰ ਤਰਸਦਾ ਤੇ ਕੂਕਦਾ ਰਹਿੰਦਾ ਹੈ। ਪਰਮਾਤਮਾ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਹੈ, ਪਰ ਮਾਇਆ ਦੀ ਮਮਤਾ ਵਿੱਚ ਫਸੇ ਹੋਏ ਜੀਵ ਉਸ ਦਾ ਦਰਸ਼ਨ ਨਹੀਂ ਕਰ ਸਕਦੇ। ਹਰ ਕਾ ਸਿਮਰਨ ਛੱਡ ਕੇ ਉਹ ਪਪੀਹੇ ਵਾਂਗ ਤਰਲੇ ਲੈਂਦੇ ਹਨ ਤੇ ਉਹਨਾਂ ਦਾ ਸਦਾ ਮੰਦਾ ਹਾਲ ਹੀ ਰਹਿੰਦਾ ਹੈ। ਵਾਹਿਗੁਰੂ ਜੀ। ਵਾਹ ਜੀ ਆਂਟੀ, ਇੱਕ ਵਾਰ ਆਪਣੇ ਵਿਚਾਰ ਵੀ ਜ਼ਰੂਰ ਰੱਖੋ ਜੀ। ਹਾਂਜੀ, ਇਸ ਵਿੱਚ ਮੇਰੇ ਕਹਿਣ ਤੋਂ ਭਾਵ ਹੈ ਕਬੀਰ ਜੀ ਕਹਿੰਦੇ ਹਨ ਕਿ ਆਕਾਸ਼ ਵਿੱਚ ਬੱਦਲ ਛਾ ਰਿਹਾ ਹੈ, ਜਿਸਨੇ ਵਰਖਾ ਕਰਕੇ ਸਾਰੇ ਸਮੁੰਦਰ ਛੋਟੇ ਹੋਣ ਵੱਡੇ ਹੋਣ ਤਾਲਾਬ ਹੋਣ ਭਰ ਦਿੰਦਾ ਹੈ। ਜਿਵੇਂ ਪਪੀਹਾ ਸਵੰਤੀ ਬੂੰਦ ਨੂੰ ਤਰਸਦਾ ਰਹਿੰਦਾ ਹੈ,
ਤਿਵੇਂ ਹੀ ਜਿਹੜੇ ਜੀਵ ਮਾਇਆ ਦੀ ਮਮਤਾ ਵਿੱਚ ਫਸੇ ਹੋਏ ਹਨ, ਉਹਨਾਂ ਦਾ ਕੀ ਹਾਲ ਹੁੰਦਾ ਹੋਵੇਗਾ। ਭਾਵ ਇਹ ਮੰਦੇ ਹਾਲ ਦੀ ਨਿਸ਼ਾਨੀ ਹੁੰਦੀ ਹੈ। ਕਬੀਰ ਹਰ ਕਾ ਸਿਮਰਨ ਛੱਡ ਕੇ ਪਾਲਿਓ ਬਹੁਤ ਕੁਟੰਬ, ਧੰਦਾ ਕਰਤਾ ਰਹਿ ਗਿਆ ਭਾਈ ਰਿਹਾ ਨਾ ਬੰਦ। ਕਬੀਰ ਜੀ ਇਸ ਵਿੱਚ ਕਹਿੰਦੇ ਹਨ ਕਿ ਪੁਰਸ਼ ਨੇ ਪਰਮਾਤਮਾ ਦਾ ਸਿਮਰਨ ਛੱਡ ਕੇ ਇਸਤਰੀ, ਪੁੱਤਰ, ਧੀਆਂ ਪਾਲਣਾ ਕੀਤੀ, ਪਰ ਇਸ ਤਰ੍ਹਾਂ ਸੰਸਾਰਿਕ ਕੰਮਕਾਰ ਕਰਦਾ ਹੀ ਪਰਮਾਤਮਾ ਦੇ ਸਿਮਰਨ ਵੱਲੋਂ ਰਹਿ ਗਿਆ। ਅੰਤ ਨੂੰ ਨਾ ਕੋਈ ਇਸਦਾ ਭਾਈ ਨਾ ਕੋਈ ਸੰਬੰਧੀ ਰਿਹਾ ਹੈ। ਕਹਿਣ ਦਾ ਭਾਵ ਇਹ ਹੈ ਕਿ ਅੰਤ ਨੂੰ ਜੇ ਆਪਾਂ ਸਿਮਰਨ ਕੀਤਾ ਹੋਊਗਾ ਤਾਂ ਨਾਮ ਹੀ ਆਪਣੇ ਨਾਲ ਜਾਣਾ ਹੈ, ਹੋਰ ਭੈਣ ਭਰਾ, ਪੁੱਤਰ ਪੁੱਤਰੀਆਂ ਕੋਈ ਵੀ ਆਪਣੇ ਨਾਲ ਨਹੀਂ ਜਾਣੇ। ਇਸ ਲਈ ਆਪਾਂ ਨੂੰ ਸਿਮਰਨ ਜ਼ਰੂਰ ਕਰਨਾ ਚਾਹੀਦਾ ਹੈ, ਨਾਮ ਜਪਣਾ ਚਾਹੀਦਾ ਹੈ, ਅੰਮ੍ਰਿਤ ਵੇਲਾ ਸੰਭਾਲਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਵਾਹ ਜੀ, ਬਹੁਤ ਸੋਹਣਾ ਵਿਚਾਰ ਜੀ। ਆਂਟੀ ਨੇ ਬਿਲਕੁਲ ਠੀਕ ਕਿਹਾ ਕਿ ਉਹ ਜਿਹੜਾ ਅਕਾਲ ਪੁਰਖ ਹੈ ਉਹ ਰੋਮ ਰੋਮ ਵਿੱਚ, ਹਰ ਕਣ ਕਣ ਵਿੱਚ ਵਸਦਾ ਹੈ, ਪਰ ਅਸੀਂ ਮਨੁੱਖੀ ਹਾਂ ਕਿ ਜੋ ਮਾਇਆ ਦੇ ਮੋਹ ਦੇ ਵਿੱਚ ਜਾਲ ਵਿੱਚ ਫਸ ਜਾਂਦੇ ਆ। ਤੇ ਕਬੀਰ ਜੀ ਮੈਨੂੰ ਲੱਗਦਾ ਉਹ ਮੇਰੇ ਵਰਗਿਆਂ ਦੀ ਗੱਲ ਹੀ ਕਰ ਰਿਹਾ ਇਹਦੇ 'ਚ, ਕਿ ਚਲੋ ਇਹਦੇ ਕਬੀਰ ਜੀ ਨੇ ਤਾਂ ਫੇਰ ਇਹ ਕਹਿ ਕੇ ਇਹਦੇ 'ਚ ਜਿਹਨਾਂ ਨੂੰ ਤਰਸ ਲੱਗੀ ਹੋਈ ਆ, ਪਰ ਆਪਾਂ ਤਾਂ ਮੈਨੂੰ ਲੱਗਦਾ ਕਿ ਆਪਾਂ ਤਾਂ ਉਸ ਤੋਂ ਵੀ ਪਿੱਛੇ ਆ, ਕਿ ਹਲੇ ਵੀ ਉਹ ਸਟੇਜ ਤੇ ਨਹੀਂ ਪਹੁੰਚ ਸਕੇ ਕਿ ਹਲੇ ਤਾਂ ਤਰਸ ਹੀ ਇੱਕ ਪੈਦਾ ਹੋ ਜਾਵੇ, ਉਹ ਵੀ ਮੈਨੂੰ ਲੱਗਦਾ ਬਹੁਤ ਵੱਡੀ ਗੱਲ ਹੈ। ਤਾਂ ਉਸ ਤੋਂ ਵੀ ਪਿੱਛੇ ਹੈਗੇ ਆ, ਕਣ ਕਣ ਵਿੱਚ ਵਸਿਆ ਵੀ ਹੋਇਆ, ਪਰ ਆਪਾਂ ਨਹੀਂ ਇੰਨਾ ਗੌਰ ਨਹੀਂ ਕਰਦੇ। ਤੇ ਇਹੀ ਚੀਜ਼ ਮੈਨੂੰ ਲੱਗਦਾ ਕਬੀਰ ਜੀ ਇਹਦੇ ਵਿੱਚ ਕਹਿਣਾ ਚਾਹ ਰਿਹਾ। ਤੇ ਨਾਮ ਦੀ ਵਡਿਆਈ ਜਿਹੜੀ ਹੈ ਉਹ ਇਹਦੇ 'ਚ ਫੇਰ ਸਿਗਨੀਫਾਈ ਕਰ ਰਿਹਾ ਕਿ ਐਂਡ ਤੇ ਕੁਛ ਨਹੀਂ ਜਾਣਾ, ਨਾਲ ਨਾਲ ਸਿਰਫ ਸਿਮਰਨ ਜਾਣਾ, ਆਪਣੀ ਬੰਦਗੀ ਜਾਣੀ ਹੈ, ਤੇ ਮਾਇਆ ਮੋਹ ਇਹ ਸਭ ਕੁਛ ਟੈਂਪਰੇਰੀ ਹੈ। ਸੰਗਤ ਚੋਂ ਕੋਈ ਆਪਣੇ ਵਿਊਜ਼ ਜੇ ਦੇਣਾ ਚਾਹੇ, ਪਲੀਜ਼ हैंड रेस करके अपने व्यूज दे सकते हैं जी। यहाँ चैट करके भी जरूर कोई गुरबाणी फरमान इहदे रिगार्डिंग जरूर शेयर करो जी। चलो वरिंदर अंकल है तो मैं रिक्वेस्ट करांगा वो अपने व्यूज दे बारे जरूर श्लोक बारे कुछ कहना चाहन जी। वाहिगुरू जी का खालसा वाहिगुरू जी की फतेह। वाह जी ਵਰਿੰਦਰਜੀਤ ਭੈਣ ਜੀ ਹਰ ਰੋਜ਼ ਬਹੁਤ ਪਿਆਰੀ ਵਿਚਾਰ ਦਿੰਦੇ ਨੇ। ਅੱਜ ਵੀ ਉਹਨਾਂ ਨੇ ਬਹੁਤ ਪਿਆਰੀ ਸਾਨੂੰ ਵਿਚਾਰ ਦਿੱਤੀ ਹੈ ਕਿ ਅਸੀਂ ਸਾਰੇ ਜਾਣੇ ਇਸ ਮਾਇਆ ਵਿੱਚ ਗਲਤਾਨ ਹਾਂ, ਕਿਵੇਂ ਛੁੱਟ ਸਕਦੇ ਹਾਂ। ਮੈਂ ਤਾਂ ਸੋਚਿਆ ਸੀ ਕਿ ਮੈਂ ਅਖੀਰ ਤੇ ਸਾਰੀ ਸਮਾਪਤ ਕਰਾਂਗਾ, ਵਿਚਾਰ ਕਰਾਂਗਾ, ਪਰ ਤਰਨਜੋਤ ਸਿੰਘ ਨੇ ਪਹਿਲਾਂ ਹੀ ਵਿੱਚ ਡਿਊਟੀ ਲਗਾ ਦਿੱਤੀ ਹੈ। ਸੋ ਮੈਂ ਸਿਰਫ ਇੱਕ ਚੀਜ਼, ਇੱਕ ਪੁਆਇੰਟ ਕਹਿ ਕੇ ਉਸ ਤੋਂ ਬਾਅਦ ਆਪਾਂ ਅਗਲੇ ਸ਼ਲੋਕ ਤੇ ਚੱਲਾਂਗੇ ਜੀ। ਮੈਨੂੰ ਲੱਗਦਾ ਹੈ ਕਿ ਭਗਤ ਜਦੋਂ ਕਿਸੇ ਰੰਗ ਵਿੱਚ ਆਉਂਦੇ ਸੀਗੇ ਨਾ, ਤੇ ਉਦੋਂ ਇਹੋ ਜਿਹੀ ਬਾਣੀ ਉਹਨਾਂ ਦੇ ਮੁਖੋਂ ਉਚਾਰੀ ਜਾਂਦੀ ਸੀ ਕਿ ਅੱਜ ਉਹ ਮਾਇਆ ਵਾਲੇ ਪਾਸੇ ਵਿਚਾਰ ਕਰ ਰਹੇ ਨੇ। ਬਹੁਤ ਡੂੰਘੀ ਵਿਚਾਰ ਪਹਿਲੇ 2-3 ਅੱਖਰਾਂ ਵਿੱਚ ਹੀ ਉਹਨਾਂ ਨੇ ਕੀਤੀ ਹੈ ਕਿ ਅੰਬਰ ਕਰਹਨ ਛਾਇਆ। ਜਦੋਂ ਅੰਬਰ ਤੇ ਬਹੁਤ ਬੱਦਲ ਖਿਲਰ ਜਾਂਦੇ ਹਨ, ਇਹਦਾ ਮਤਲਬ ਹੈ ਕਿ ਸਾਡੇ ਜੀਵਨ ਵਿੱਚ ਜਦੋਂ ਬਹੁਤ ਸਾਰਾ ਹਨੇਰਾ ਛਾ ਜਾਂਦਾ ਹੈ, ਉਦੋਂ ਕੀ ਹੁੰਦਾ ਹੈ ਕਿ ਜਦੋਂ ਪਰਮਾਤਮਾ ਦਾ ਜਿਹੜੀ ਬਖਸ਼ਿਸ਼ ਹੈ ਉਹ ਚਿਮ ਚਿਮ ਵਰਸੇ ਅੰਮ੍ਰਿਤ ਧਾਰਾ ਵਾਲੀ ਗੱਲ ਹੈ, ਹਮੇਸ਼ਾ ਵਰਸਦੀ ਰਹਿੰਦੀ ਹੈ।
ਚਾਤਰਿਕ ਕਿਉਂ ਤਰਸਦਾ ਹੈ, ਚਾਤਰਿਕ ਜਿਉਂ ਤਰਸਤ ਰਹੇ। ਅਸੀਂ ਕਿਉਂ ਤਰਸਦੇ ਹਾਂ? ਕਿਉਂਕਿ ਅਸੀਂ ਬਾਕੀ ਦੇ ਸਰ ਤੇ ਤਾਲ, ਸਰੋਵਰ ਤੇ ਤਾਲ ਸਾਰੇ ਭਰੇ ਜਾਂਦੇ ਹਨ, ਪਰ ਸਾਡਾ ਭਾਂਡਾ ਅਸੀਂ ਕਿਉਂਕਿ ਮੂਧਾ ਮਾਰਿਆ ਹੈ, ਜਾਂ ਸਾਡੇ ਕੋਲ ਭਾਂਡਾ ਹੈ ਹੀ ਨਹੀਂ ਹੈ, ਛੋਟਾ ਜਿਹਾ, ਉਹ ਇਸ ਕਰਕੇ ਉਹਦੇ 'ਚ ਕੁਝ ਦਾਤ ਨਹੀਂ ਪੈਂਦੀ, ਕਿਉਂਕਿ ਅਸੀਂ ਸਾਡਾ ਮੁੱਖ ਜਿਹੜਾ ਉਹ ਸੰਸਾਰ ਵਾਲੇ ਪਾਸੇ ਹੈ। ਅਗਰ ਸਾਡਾ ਮੁੱਖ ਨਿਰੰਕਾਰ ਵਾਲੇ ਪਾਸੇ ਹੋਏਗਾ ਤਾਂ ਹੀ ਉਹਦੀ ਦਾਤ ਜਿਹੜੀ ਹੈ ਉਹ ਪਏਗੀ, ਕਿਉਂਕਿ ਅੰਬਰ ਤੱਕ ਅਨਹਦ ਹਮੇਸ਼ਾ ਛਾਇਆ ਰਹਿੰਦਾ। ਪਰਮਾਤਮਾ ਦੀ ਬਖਸ਼ਿਸ਼ ਜਿਹੜੀ ਹੈ ਉਹ ਹਮੇਸ਼ਾ ਹੀ ਵਰਸਦੀ ਰਹਿੰਦੀ ਹੈ। ਸਿਰਫ ਤੇ ਸਿਰਫ ਅਸੀਂ ਇੱਕ ਕੰਮ ਕਰਨਾ ਹੈ ਕਿ ਆਪਣੀ ਝੋਲੀ ਨੂੰ ਅੱਡ ਕੇ ਰੱਖੀਏ, ਆਪਣੇ ਬਖਸ਼ਿਸ਼ ਵਾਲਾ ਪਾਤਰ ਵੱਡਾ ਬਣਾਈਏ, ਤਾਂ ਕਿ ਸਾਡੇ ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠੀਏ ਜਾਂ ਇਸ ਸੰਗਤ ਵਿੱਚ ਜੁੜੀਏ ਤਾਂ ਕੁਝ ਨਾ ਕੁਝ ਜਿਹੜੇ ਬੱਚੇ ਸਾਨੂੰ ਟੇਕ ਅਵੇਜ਼ ਦਿੰਦੇ ਹਨ ਜਾਂ ਸੰਗਤ ਸਾਰੀ ਟੇਕ ਅਵੇਜ਼ ਦਿੰਦੀ ਹੈ, ਉਹ ਅਸੀਂ ਜ਼ਰੂਰ ਲੈ ਕੇ ਜਾਈਏ। ਹਾਂਜੀ, ਵਾਹਿਗੁਰੂ ਜੀ। ਵਾਹ ਜੀ, ਬਹੁਤ ਸੋਹਣੇ ਵਿਚਾਰ ਜੀ। ਕਿ ਭਾਂਡਾ ਜਿਹੜਾ ਹੈ ਉਹ ਸਾਡਾ ਮੁੱਦਾ ਪਿਆ ਹੋਇਆ ਤੇ ਉਹਨੂੰ ਬਸ ਸਿੱਧਾ ਕਰਨ ਦੀ ਲੋੜ ਹੈ ਜੀ, ਤੇ ਉਹ ਸਿੱਧਾ ਹੋਣਾ ਹੈ ਨਾਮ ਜਪਿਆ, ਸੰਗਤ ਵਿੱਚ ਆਇਆ। ਸੰਗਤ ਵਿੱਚ ਇਹੋ ਜਿਹੀ ਗੱਲਾਂ ਸਾਨੂੰ ਪਤਾ ਲੱਗਦੀਆਂ ਤੇ ਯਤਨ ਕਰ ਸਕਦੇ ਹਾਂ ਕਿ ਉਹ ਪੁੱਠੇ ਤੋਂ ਸਿੱਧਾ ਹੋ ਜਾਵੇ, ਤੇ ਸਾਡੇ ਕੋਲ ਵੀ ਜਿਹੜਾ ਅੰਮ੍ਰਿਤ ਦਾ ਜਿਹੜਾ ਖਜ਼ਾਨਾ ਹੈ ਥੋੜਾ ਬਹੁਤ ਉਹਦੇ 'ਚ ਪੈ ਜਾਏ ਜੀ। ਵਾਹ ਜੀ, ਬਹੁਤ ਸੋਹਣੇ ਵਿਚਾਰ ਜੀ। ਕੁਛ ਹੈਂਡ ਰੇਜ਼ ਨੇ ਮਨਦੀਪ ਕੌਰ ਜੀ ਦੇ, ਆਪਾਂ ਉਹ ਵੀ ਲੈ ਲੈਂਦੇ ਹਾਂ ਜੀ। ਹਾਂਜੀ, ਫਤਿਹ ਜੀ। ਮੈਨੂੰ ਇਸ ਸ਼ਲੋਕ ਵਿੱਚ ਇਹ ਸਮਝ ਲੱਗੀ ਹੈ ਕਿ ਕਬੀਰ ਜੀ ਸਮਝ ਕਹਿ ਰਹੇ ਨੇ, ਜਿਵੇਂ ਗੁਰਵਿੰਦਰ ਸਰ ਨੇ ਦੱਸਿਆ ਵੀ ਕਬੀਰ ਅੰਬਰ ਘਰ ਨੂੰ ਛਾਇਆ ਬਰਖ ਭਰੈ ਸਰਤਾਲ, ਵੀ ਜਿਵੇਂ ਅੰਬਰ ਹੈ ਜਿਹੜਾ ਬੱਦਲ ਹੈ ਉਹ ਸਾਰੇ ਆਸਮਾਨ 'ਚ ਖਿਲਰ ਜਾਂਦਾ ਹੈ, ਤੇ ਜਦੋਂ ਵਰਖਾ ਕਰਕੇ ਬਾਰਿਸ਼ ਕਰਕੇ ਤੇ ਜਦੋਂ ਸਾਰੇ ਤਲਾਬ ਦਰਿਆ ਨਦੀਆਂ ਭਰ ਜਾਂਦੇ ਨੇ, ਉਹ ਪਰ ਫਿਰ ਵੀ ਜਿਹੜਾ ਚਾਤਰਿਕ ਭਾਵ ਪਪੀਹਾ, ਪਰ ਜਿਹੜਾ ਫਿਰ ਵੀ ਪਪੀਹਾ ਹੁੰਦਾ ਨਾ, ਉਸਦੀ ਪਿਆਜ਼ ਫਿਰ ਵੀ ਨਹੀਂ ਪੁੱਜਦੀ, ਉਹ ਫਿਰ ਵੀ ਕਹਿੰਦਾ ਕਿ ਰੱਬਾ ਹੋਰ ਵੀ ਪਾ, ਵੀ ਉਸਦਾ ਇੰਨਾ ਮਾੜਾ ਹਾਲ ਹੈ। ਇਸ ਵਿੱਚ ਸਿਰਫ ਕਬੀਰ ਜੀ ਨੇ ਇੰਨੀ ਗੱਲ ਕੀਤੀ ਹੈ, ਪਪੀਹੇ ਦੀ ਸਾਡੇ ਨਾਲ ਕੰਪੈਰੀਜ਼ਨ ਕੀਤਾ ਤੇ ਉਹਨਾਂ ਨੇ ਪਪੀਹੇ ਦੀ ਐਗਜ਼ਾਮਪਲ ਦਿੱਤੀ ਹੈ, ਜਿਵੇਂ ਕਿ ਉਹ ਹੋਰ ਮੰਗ ਕਰਦਾ ਨਾ, ਉਹ ਵੀ ਮਨੁੱਖ ਦਾ ਹਾਲ ਹੈ ਕਿ ਉਹ ਮਾਇਆ ਦੀ ਹੋਰ ਮੰਗ ਕਰਦਾ ਹੈ। ਬੇਸ਼ੱਕ ਉਹਦੇ ਕੋਲ ਜਿੰਨੀ ਮਰਜ਼ੀ ਹੋਵੇ ਤਾਂ ਉਹ ਮਾਇਆ ਵਿੱਚ ਗਲਤਾਨ ਹੋਇਆ ਪਿਆ, ਫਿਰ ਵੀ ਉਹ ਕਹਿੰਦਾ ਮੈਨੂੰ ਹੋਰ ਮਿਲੇ। ਜਿਵੇਂ ਪਪੀਹਾ ਕਹਿੰਦਾ ਹੈ ਵੀ ਮੈਨੂੰ ਰੱਬਾ ਵੀ ਜਿਵੇਂ ਸਾਰੇ ਦਰਿਆ ਨਦੀਆਂ ਭਰ ਜਾਂਦੇ ਨੇ ਫਿਰ ਵੀ ਨਹੀਂ ਉਸਦੀ ਪਿਆਸ ਪੁੱਜਦੀ, ਇਸੇ ਤਰ੍ਹਾਂ ਮਨੁੱਖ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹ ਜੀ, ਬਹੁਤ ਸੋਹਣੇ ਵਿਚਾਰ ਜੀ। ਬਬੀਹੇ ਦਾ ਐਗਜ਼ਾਮਪਲ ਦੇ ਕੇ ਤੁਸੀਂ ਬਹੁਤ ਵਧੀਆ ਸਮਝਾਇਆ ਜੀ। ਚੈਟਸ ਵਿੱਚ ਵੀ ਅਮਰਜੀਤ ਕੌਰ ਆਂਟੀ ਜੀ ਲਿਖ ਰਹੇ ਨੇ, ਵਾਹ ਵਾਹ ਕਰੇ ਸਹੀ ਜਨ ਸੋਹਣੇ। ਉਸ ਤੋਂ ਬਾਅਦ ਹਰਪਾਲ ਕੌਰ ਜੀ ਲਿਖ ਰਹੇ ਨੇ, ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ। ਹਾਂਜੀ, ਠੀਕ ਹੈ ਜੀ। ਕੋਈ ਹੋਰ ਆਪਣੇ ਵਿਚਾਰ ਇਸ ਸ਼ਲੋਕ ਦੇ ਰਿਗਾਰਡਿੰਗ ਰੱਖਣਾ ਚਾਹਵੇ ਜੀ? ਇਸ ਤੋਂ ਬਾਅਦ ਫਿਰ ਆਪਾਂ ਨੈਕਸਟ ਸ਼ਲੋਕ ਤੇ ਚਲੀਏ ਜੀ। ਹਾਂਜੀ, ਪਰਵਿੰਦਰ ਅੰਕਲ ਜੀ ਹੈਗੇ ਆ ਜੀ, ਮੈਂ ਫਲਸ਼ ਕਰਾਂਗਾ ਪਲੀਜ਼ ਉਹਨਾਂ ਨੂੰ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਰ ਰੋਜ਼ ਦੀ ਤਰ੍ਹਾਂ ਇਹਨਾਂ ਸ਼ਲੋਕਾਂ ਵਿੱਚ ਵੀ ਕਬੀਰ ਜੀ ਜਿਵੇਂ ਵਧੀਆ ਟੀਚਰ ਹੁੰਦਾ ਹੈ, ਪੜ੍ਹਾਉਣ ਲੱਗਿਆ ਹਰ ਗੱਲ ਨੂੰ ਉਦਾਹਰਨ ਨਾਲ ਸਮਝਾਇਆ ਜਾਂਦਾ ਹੈ, ਪਰ ਕਬੀਰ ਜੀ ਦੇ ਸ਼ਲੋਕਾਂ ਵਿੱਚ ਗੱਲ ਇੱਕ ਹੀ ਹੈ, ਜਿਹਨੂੰ ਅਲੱਗ-ਅਲੱਗ ਉਦਾਹਰਨਾਂ ਰਾਹੀਂ ਹਰ ਸ਼ਲੋਕ ਵਿੱਚ ਨਵੀਂ ਉਦਾਹਰਨ ਜੋ ਕਬੀਰ ਜੀ ਦਿੰਦੇ ਹਨ, ਕਿਸੇ ਤਰ੍ਹਾਂ ਸਾਡੇ ਮਨ ਨੂੰ ਸਮਝ ਪੈ ਜਾਵੇ ਕਿ ਸਾਡੇ ਜੀਵਨ ਦਾ ਅਸਲ ਮਨੋਰਥ ਜੋ ਹੈ, ਅਸੀਂ ਕਿੱਥੋਂ ਆਏ, ਕਿੱਥੇ ਜਾਣਾ ਹੈ, ਸਾਨੂੰ ਸਮਝ ਪੈ ਜਾ। ਕਬੀਰ ਅੰਬਰ ਘਨ ਹਰ ਛਾਇਆ। ਅਸੀਂ ਦੇਖਦੇ ਹਾਂ ਵਰਖਾ ਉੱਤੇ ਅੱਜ ਕੱਲ੍ਹ ਵੀ
ਮੀਂਹ ਵਰਖਾ ਦਾ ਮੌਸਮ ਹੈ। ਜਿਸ ਤਰ੍ਹਾਂ ਵਰਖਾ ਹੋਣ ਲੱਗਿਆ ਸਾਰੇ ਅਸਮਾਨ ਵਿੱਚ ਬੱਦਲ ਜਿਹੜੇ ਹੈ ਆਪਣਾ ਘੇਰਾ ਪਾ ਲੈਂਦੇ ਹਨ। ਭਾਵ ਹਰ ਥਾਂ ਤੇ ਪ੍ਰਮਾਤਮਾ ਦੀ ਵਿਆਪਕਤਾ ਦੀ ਤੁਲਨਾ ਕੀਤੀ ਗਈ ਹੈ। ਉਹ ਪ੍ਰਮਾਤਮਾ ਜਿਹੜਾ ਹਾਜ਼ਰ ਨਾਜ਼ਰ ਹੈ, ਹਰ ਥਾਂ ਵਿਆਪਕ ਹੈ। ਜਲ ਵਿੱਚ, ਥਲ ਵਿੱਚ, ਆਕਾਸ਼ ਵਿੱਚ, ਪੁਲਾੜ ਵਿੱਚ, ਹਰ ਥਾਂ ਪ੍ਰਮਾਤਮਾ ਦਾ ਹੁਕਮ ਵਰਤ ਰਿਹਾ ਹੈ, ਪ੍ਰਤੱਖ ਵਰਤ ਰਿਹਾ ਹੈ। ਅਸੀਂ ਪੜ੍ਹਦੇ ਹਾਂ, ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਬਣਾ, ਸੋ ਪ੍ਰਭ ਚਿਤਨਾ ਆਵਈ, ਕਿਤੜਾ ਦੁੱਖ ਗਣਾ। ਹੁਣ ਇੰਨਾ ਪ੍ਰਤੱਖ ਜਿਹੜਾ ਪ੍ਰਮਾਤਮਾ ਹੋਵੇ, ਜਿਹੜਾ ਜਲ ਵਿੱਚ ਹੈ, ਥਲ ਵਿੱਚ ਹੈ, ਹਰ ਥਾਂ ਨਜ਼ਰ ਪੈਂਦਾ ਹੈ ਭਗਤਾਂ ਨੂੰ, ਤੇ ਮਾਇਆ ਧਾਰੀਆਂ ਨੂੰ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲ। ਉਹ ਆਪਣੀ ਮਾਇਆ ਦੇ ਵਿੱਚ ਹੀ ਖਚਤ ਹੋ ਕੇ ਪ੍ਰਮਾਤਮਾ ਨੂੰ ਵਿਸਾਰ ਬੈਠਦਾ ਹੈ। ਤੇ ਉਹ ਕਿੰਨਾ ਵੱਡਾ ਦੁੱਖ ਹੈ, ਕਿਤਨਾ ਦੁੱਖ ਗਣਾ ਹੈ, ਕਿੰਨਾ ਵੱਡਾ ਦੁੱਖ ਹੈ। ਇਸ ਤੋਂ ਵੱਡਾ ਦੁੱਖ ਹੋ ਹੀ ਨਹੀਂ ਸਕਦਾ ਵੀ ਜਿਹੜਾ ਪ੍ਰਮਾਤਮਾ, ਜਿਹੜਾ ਜਿਹਨੇ ਸਾਨੂੰ ਬਣਾਇਆ ਹੈ, ਜੋ ਸਾਡਾ ਕਰਤਾ ਹੈ, ਅਸੀਂ ਉਸੇ ਨੂੰ ਹੀ ਵਿਸਾਰ ਦਿੰਦੇ ਹਾਂ। ਕਿੰਨਾ ਵੱਡਾ ਇਹ ਅਪਰਾਧ ਹੈ, ਇਹ ਗੁਨਾਹ ਹੈ। ਸੋ ਇਹ ਕਬੀਰ ਜੀ ਇਹਦੇ ਵਿੱਚ ਇੱਕ ਹੂਕ ਭਰ ਕੇ ਇੱਕ ਉਸ ਪ੍ਰਮਾਤਮਾ ਦੇ ਵਿਛੋੜੇ ਦੀ ਗੱਲ ਕਰਦੇ ਹਨ ਵੀ ਮਾਇਆ ਦੇ ਵਿੱਚ ਰਿਹਾ ਪ੍ਰਮਾਤਮਾ ਦਾ ਵਿਛੋੜਾ ਕਿਵੇਂ ਬਣਿਆ ਹੈ। ਇਹ ਇਸੇ ਤਰ੍ਹਾਂ ਬਣਦਾ ਹੈ ਜਿਵੇਂ ਅਸੀਂ ਪੜ੍ਹਦੇ ਹਾਂ ਵੀ ਇੱਕ ਹਨੇਰੇ ਖੂਹ ਦੇ ਵਿੱਚ ਜਿਵੇਂ ਇੱਕ ਡੱਡੂ ਹੁੰਦਾ ਹੈ, ਉਹਨੂੰ ਪ੍ਰਮਾਤਮਾ ਦੀ ਸੋਝੀ, ਉਹਨੂੰ ਬਾਹਰ ਦੀ ਦੁਨੀਆ ਦੀ ਸੋਝੀ ਨਹੀਂ ਹੈ। ਇਸੇ ਤਰ੍ਹਾਂ ਮਾਇਆ ਧਾਰੀ ਜੋ ਅਸੀਂ ਜੀਵ ਹਾਂ, ਜੋ ਮਾਇਆ ਵਿੱਚ ਕੇਵਲ ਤੇ ਕੇਵਲ ਮਾਇਆ ਪਿੱਛੇ ਜਿਉਂਦੇ ਹਾਂ, ਉਹ ਪ੍ਰਮਾਤਮਾ ਦੀ ਯਾਦ ਨੂੰ ਵਿਸਾਰਿਆਂ ਸਾਡੀ ਅਵਸਥਾ ਬਣਦੀ ਹੈ। ਊਪ ਭਰਿਓ ਜੈਸੇ ਦਾਦਿਰਾ, ਕਛ ਦੇਸ ਵਿਦੇਸ ਨਾ ਬੂਝ, ਐਸੇ ਮੇਰਾ ਮਨ ਵਿਖਿਆ ਬਿਮੋਹਿਆ, ਕਛ ਆਰਾ ਪਾਰ ਨਾ ਸੂਝ। ਸਾਨੂੰ ਪ੍ਰਮਾਤਮਾ ਨਜ਼ਰ ਹੀ ਨਹੀਂ ਪੈਂਦਾ, ਉਹਦੀ ਸੋਝੀ ਜਿਹੜੀ ਹੈ ਅਸੀਂ ਵਿਸਾਰੀ ਰੱਖਦੇ। ਸੋ ਅੱਗੇ ਬੜੀ ਪ੍ਰੀਤ ਦੀ ਗੱਲ ਕਰਦੇ ਹਨ, ਜਿਹੜੀ ਕਿ ਬੜੇ ਕੋਈ ਪ੍ਰੇਮ ਅਵਸਥਾ ਵਿੱਚ ਆ ਕੇ ਪੜ੍ਹੇ ਸੁਣੇ ਤੇ ਉਸ ਅਵਸਥਾ ਤੇ ਸਮਝ ਪੈਂਦੀ ਹੈ। ਪਰ ਕਬੀਰ ਜੀ ਕਿਸ ਪ੍ਰੀਤ ਦੀ ਗੱਲ ਕਰਦੇ ਹਨ, ਚਾਤਰਿਕ ਦੀ ਉਦਾਹਰਨ ਦਿੰਦੇ ਹਨ। ਚਾਤਰਿਕ ਜਿਉਂ ਤਰਸਤ ਰਹਿ ਤਿਨ ਕੋ ਕੌਣ ਹਵਾਲ। ਚਾਤਰਿਕ ਜਿਵੇਂ ਤਰਸਦਾ ਹੈ ਸਵਾਂਤੀ ਬੂੰਦ ਨੂੰ, ਉਸੇ ਤਰ੍ਹਾਂ ਜਿਹੜਾ ਹੈ ਉਹ ਸਾਡੀ ਅਵਸਥਾ ਪ੍ਰਮਾਤਮਾ ਪ੍ਰਤੀ ਹੋਣੀ ਚਾਹੀਦੀ ਸੀ, ਪਰ ਅਸੀਂ ਪ੍ਰਮਾਤਮਾ ਦੀ ਜਗ੍ਹਾ ਮਾਇਆ ਨੂੰ ਅੱਗੇ ਰੱਖ ਲਿਆ। ਤੇ ਭਗਤਾਂ ਦੀ ਅਵਸਥਾ ਹੈ ਵੀ ਕਿੰਨੀ ਪ੍ਰੀਤ ਹੋਣੀ ਚਾਹੀਦੀ ਹੈ। ਜਿਉਂ ਮਛਲੀ ਬਿਨ ਪਾਣੀ ਹੈ, ਕਿਉਂ ਜੀਵਨ ਪਾਵੈ, ਬੂੰਦ ਵੀ ਹੋਣਾ ਚਾਤਰਿਕੋ, ਕਿਉਂ ਕਰ ਤ੍ਰਿਪਤਾਵੈ। ਨਾਦ ਕੁਰੰਕਹ ਵੇਦਿਆ, ਸਨ ਮੁਖ ਉਠਤਾਵੈ, ਭਵਰ ਲੋਭੀ ਕੁਸਮ ਬਾਸਕਾ, ਦੇਖ ਆਪ ਬੰਧਾਵੈ, ਮਿਲ ਆਪ ਬੰਧਾਵੈ। ਕਿਉਂ ਹਰ ਜਨ ਹਰ, ਕਿਉਂ ਸੰਤ ਜਨਾ ਹਰ ਪ੍ਰੀਤ ਹੈ, ਦੇਖ ਦਰਸ ਅਗਾਵੈ। ਇਹ ਜਿਹੜੀ ਪ੍ਰੀਤ ਦੀ ਗੱਲ ਜਿਵੇਂ ਮੱਛੀ ਦੀ ਹੈ, ਜਿਵੇਂ ਚਾਤਰਿਕ ਦੀ ਹੈ, ਜਿਵੇਂ ਹਿਰਨ ਦੀ ਪ੍ਰੀਤ ਹੁੰਦੀ ਹੈ, ਜਿਵੇਂ ਭੌਰੇ ਦੀ ਪ੍ਰੀਤ ਹੁੰਦੀ ਹੈ ਉਸ ਪ੍ਰਮਾਤਮਾ ਪ੍ਰਤੀ, ਉਸੇ ਤਰ੍ਹਾਂ ਇੱਕ ਭਗਤ ਦੀ ਪ੍ਰੀਤ ਇਸ ਪ੍ਰਮਾਤਮਾ, ਜੋ ਪ੍ਰਮਾਤਮਾ ਨੂੰ ਯਾਦ ਰੱਖਦੇ ਹਨ, ਉਹ ਪ੍ਰੀਤ ਹੁੰਦੀ ਹੈ। ਸਾਡੀ ਪ੍ਰੀਤ ਮਾਇਆ ਵਰਗੀ ਹੈ ਤੇ ਮਾਇਆ ਦੇ ਰਾਹੀਂ ਅਸੀਂ ਉਹ ਭਰਮ ਦਾ ਹਨੇਰਾ ਜਿਹੜਾ ਅਸੀਂ ਆਪਣੇ ਆਪ ਬਣਾਈ ਰੱਖਦੇ ਹਾਂ ਤੇ ਜਿਹਦੇ ਕਰਕੇ ਸਾਡਾ ਵਿਛੋੜਾ ਜਿਹੜਾ ਬਣਿਆ ਰਹਿੰਦਾ ਹੈ। ਸੋ ਇਹ ਜਿਹੜੀ ਵਿਚਾਰ ਜਿਹੜੀ ਹੈ ਪੀਰ ਜੀ ਸਾਨੂੰ ਦੱਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹ ਜੀ, ਬਹੁਤ ਬਹੁਤ ਸੋਹਣੇ ਵਿਚਾਰ ਜੀ ਅੰਕਲ ਨੇ ਪੂਰਾ ਕੰਕਲੂਡ ਕਰਤਾ ਜੀ ਇਸ ਸ਼ਲੋਕ ਦੇ ਵਿਚਾਰ ਨੂੰ, ਕਿ ਕਿਵੇਂ ਉਹ ਕਿੰਨਾ ਨੇੜੇ ਹੈਗਾ ਸਾਡੇ, ਪਰ ਕਿੰਨਾ ਨੇੜੇ ਹੋਣ ਦੇ ਬਾਵਜੂਦ ਵੀ ਆਪਾਂ ਉਹ ਤੋਂ ਕਿੰਨੇ ਜ਼ਿਆਦਾ ਦੂਰ ਆ। ਹਰ ਸਾਜਨ ਮੇਰੇ ਨਿਕਟ ਖੜਾ, ਉਹ ਹਰ ਚੀਜ਼ ਵਿੱਚ ਹੈਗਾ, ਪਰ ਆਪਾਂ ਕੀ ਆਪਣੀ ਜਿਹੜੀ ਪ੍ਰੀਤ ਹੈ ਉਹ ਆਪਾਂ ਗਲਤ ਲਾਈ, ਆਪਾਂ ਮਾਇਆ ਦੇ ਵੱਲ ਲਾ ਲਈ ਹੈ ਤੇ ਉਹਨੂੰ ਛੱਡ ਕੇ ਤੇ ਉਹਦੇ ਵੱਲ ਲਾਈ ਹੈ। ਤੇ ਅੰਕਲ ਨੇ ਵੀ ਇਹੀ ਦੱਸਿਆ ਕਿ ਲੋੜ ਬਸ ਇਹੀ ਹੈ ਕਿ ਆਪਣੀ ਜਿਹੜੀ ਪ੍ਰੀਤ ਆਪਾਂ ਉਹਨੂੰ ਚੇਂਜ ਕਰੀਏ, ਤੇ ਉਹ ਚੇਂਜ ਹੋਏਗੀ ਸਿਮਰਨ ਕਰਨ ਨਾਲ, ਸਾਧ ਸੰਗਤ ਵਿੱਚ ਜਾਣ ਨਾਲ। ਤੇ ਸੰਗਤ ਵਿੱਚ ਹੀ ਸਾਨੂੰ ਏਦਾਂ ਦੀ ਚੀਜ਼ਾਂ ਜਿਹੜੀਆਂ ਸਿੱਖਣ ਨੂੰ ਮਿਲਦੀਆਂ ਨੇ। ਚੈਟ ਵਿੱਚ ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ। ਹਾਂਜੀ, ਅਮਰਜੀਤ ਕੌਰ ਜੀ ਲਿਖਦੇ ਨੇ
ਕਿ ਪ੍ਰਭੂ ਦੀ ਜਦੋਂ ਫਿਰ ਪ੍ਰੀਤ ਪੈ ਜਾਂਦੀ ਹੈ ਤੇ ਉਹਦੇ ਨਾਲ ਸਾਰੇ ਸੁੱਖ ਮਿਲ ਜਾਂਦੇ ਨੇ। ਬਿਲਕੁਲ ਠੀਕ ਹੈ ਜੀ। ਆਪਾਂ ਅਗਲੇ ਸ਼ਲੋਕ ਵੱਲ ਚੱਲਦੇ ਹਾਂ ਜੀ, ਇਹ ਸ਼ਲੋਕ ਕਲੋਜ਼ ਕਰਕੇ। ਤੇ ਮੈਂ ਰਿਕੁਐਸਟ ਕਰਾਂਗਾ ਵਰਿੰਦਰ ਜੀ ਕੌਰ ਜੀ ਨੂੰ, ਉਹ ਪਲੀਜ਼ ਇੱਕ ਵਾਰ ਰੀਡ ਕਰ ਦੇਣ ਜੀ। ਜੀ ਵਾਹਿਗੁਰੂ ਜੀ। ਹਾਂਜੀ। ਸ਼ਲੋਕ। कबीर चकई जो निस बिछुरै आए मिले परबात, जो नर बिछरे राम स्यों ना दिन मिले न रात। कबीर चकई जो निस बिछुरै आए मिले परबात, जो नर बिछरे राम स्यों ना दिन मिले न रात। पदर्थ। चकई चकवी। नोट। आम ख्याल है कि चकवी अपने साथी चकवे तो सारी रात विछड़ी रहती है, एक दूजे की याद विच कूकदे हन पर मिल नहीं सकते। सवेर हुंदिया सार मुड़ मिल पैंदे हन, जो जदों निस रात वेले, प्रभात सूरज चढ़न तो पहला, स्यों तो नालों। अर्थ। हे कबीर, चकवी जदों रात नूं अपने चकवे तो विछड़दी है तां सवेर सार मुड़ आ मिलदी है। रात दा हनेरा इन्हां दे मेल दे रस्ते विच रुकावट बनिया रहिंदा है। उंज ਇਹ ਹਨੇਰਾ ਉਹਨਾਂ ਨੂੰ ਵੱਧ ਤੋਂ ਵੱਧ 4 ਪਹਿਰ ਹੀ ਵਿਛੋੜ ਸਕਦਾ ਹੈ, ਪਰ ਮਾਇਆ ਦੀ ਮਮਤਾ ਦਾ ਹਨੇਰਾ ਐਸਾ ਨਹੀਂ ਜੋ ਛੇਤੀ ਮੁੱਕ ਸਕੇ। ਇਹ ਤਾਂ ਜਨਮਾਂ ਜਨਮਾਂਤਰਾਂ ਤੱਕ ਖਲਾਸੀ ਨਹੀਂ ਕਰਦਾ। ਇਸ ਹਨੇਰੇ ਦੇ ਕਾਰਨ ਜੋ ਮਨੁੱਖ ਪ੍ਰਭੂ ਤੋਂ ਵਿਛੜਦੇ ਹਨ, ਉਹ ਨਾ ਦਿਨੇ ਮਿਲ ਸਕਦੇ ਹਨ ਨਾ ਰਾਤ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਹਾਂਜੀ ਆਂਟੀ, ਆਪਣੇ ਵਿਚਾਰ ਵੀ ਜ਼ਰੂਰ ਰੱਖੋ ਜੀ। ਹਾਂਜੀ, ਇਸ ਵਿੱਚ ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਚਕਵੀ ਦੇ ਵਿਛੋੜੇ ਦਾ ਸਮਾਂ ਬਹੁਤ ਥੋੜਾ, ਭਾਵ ਰਾਤ ਤੋਂ ਪ੍ਰਭਾਤ ਤੱਕ ਦਾ ਹੀ ਹੈ। ਜਦੋਂ ਹਨੇਰਾ ਦੂਰ ਹੋਇਆ ਆਪਸ ਵਿੱਚ ਮਿਲ ਗਏ, ਪਰ ਜਿਹੜਾ ਜੀਵ ਪਰਮੇਸ਼ਰ ਨਾਲੋਂ ਵਿਛੜੇ ਹੋਏ ਹੁੰਦੇ ਹਨ, ਉਹਨਾਂ ਦੇ ਸਮੇਂ ਦਾ ਕੋਈ ਅੰਦਾਜ਼ਾ ਨਹੀਂ ਆਪਾਂ ਲਗਾ ਸਕਦੇ, ਕਿਉਂਕਿ ਵਿਛੋੜਾ ਸਹਿਣਾ ਬਹੁਤ ਕਠਿਨ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ, ਵਿਛੋੜਾ ਸੁਣੇ ਦੁੱਖ ਵਿਣ ਡਿਠੇ ਮਰਿਓਦ, ਬਾਝ ਪਿਆਰੇ ਆਪਣੇ ਬਿਰਹੀ ਨਾ ਤਿਰੋਧ। ਪ੍ਰਭੂ ਚਰਨਾਂ ਦਾ ਅਸਲ ਪ੍ਰੇਮੀ ਉਹ ਹੈ ਜਿਸ ਨੂੰ ਇਹ ਸੁਣ ਕੇ ਹੀ ਦੁੱਖ ਪ੍ਰਤੀਤ ਹੋਵੇ ਕਿ ਪ੍ਰਭੂ ਤੋਂ ਵਿਛੋੜਾ ਹੋਣ ਲੱਗਾ ਹੈ। ਦੀਦਾਰ ਤੋਂ ਬਿਨਾਂ ਸੱਚਾ ਪ੍ਰੇਮੀ ਆਤਮਿਕ ਮੌਤ ਮਹਿਸੂਸ ਕਰਦਾ ਹੈ। ਆਪਣੇ ਪਿਆਰੇ ਪ੍ਰਭੂ ਤੋਂ ਵਿਛੜ ਕੇ ਪ੍ਰੇਮੀ ਦਾ ਮਨ ਖਲੋਂਦਾ ਨਹੀਂ ਹੈ, ਟਿਕਦਾ ਨਹੀਂ ਹੈ, ਡੋਲਦਾ ਰਹਿੰਦਾ ਹੈ। ਇਸ ਫਰਮਾਨ ਵਿੱਚ ਗੁਰੂ ਜੀ ਨੇ ਜਗਿਆਸੂ ਨੂੰ ਪ੍ਰਭੂ ਮਿਲਾਪ ਲਈ ਚੇਤਨ ਕੀਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਵਾਹ ਜੀ, ਬਹੁਤ ਸੋਹਣੇ ਵਿਚਾਰ ਜੀ। ਇਹ ਸ਼ਲੋਕ ਵੀ ਮੈਨੂੰ ਲੱਗਦਾ ਪਿਛਲਾ ਜਿਹੜਾ ਸ਼ਲੋਕ ਸੀ ਉਹਦੀ ਇੱਕ ਤਰ੍ਹਾਂ ਦਾ ਹੋਰ ਅੱਗੇ ਐਕਸਪਲੇਨੇਸ਼ਨ ਹੀ ਹੈਗੀ ਹੈ, ਤੇ ਇਹਦੇ 'ਚ ਹੋਰ ਇੱਕ ਵਧੀਆ ਐਗਜ਼ਾਮਪਲ ਦੇ ਕੇ ਕਬੀਰ ਜੀ ਸਾਨੂੰ ਸਮਝਾ ਰਿਹਾ ਕਿ ਜਿਹੜਾ ਵਿਛੋੜਾ ਹੈ, ਇੱਕ ਕਈ ਦਾ ਐਗਜ਼ਾਮਪਲ ਦਿੰਦੇ ਆ ਕਿ ਉਹ ਬਰਡ ਹੈਗੀ ਆ, ਉਹ ਆਪਸ 'ਚ ਵਿਛੜ ਜਾਂਦੇ ਆ ਤੇ ਉਹਨਾਂ ਦਾ ਜਿਹੜਾ ਵਿਛੋੜਾ ਉਹਦਾ ਡਿਊਰੇਸ਼ਨ 12 ਘੰਟੇ ਜਾਂ 3-4 ਪਹਿਰ ਹੈਗੇ ਆ। ਪਰ ਜਿਹੜਾ ਪ੍ਰਭੂ ਨਾਲ ਜਿਹੜਾ ਇੱਕ ਵਾਰ ਜਿਹੜਾ ਵਿਛੜ ਜਾਂਦਾ ਫਿਰ ਉਹ ਸਦੀਵੀ ਕਾਲ ਲਈ ਉਹ ਵਿਛੜ ਜਾਂਦਾ, ਤੇ ਉਹ ਦੂਰ ਕਰਨਾ ਹੋਰ ਵੀ ਜ਼ਿਆਦਾ ਔਖਾ ਹੈ। ਤੇ ਇੱਥੇ ਇੱਕ ਗੱਲ ਨੋਟ ਕਰਨ ਲਈ ਕਿਹੜੀ ਹੈਗੀ ਹੈ, ਵਿਛੋੜੇ ਦੀ ਗੱਲ ਹੋਈ ਆ। ਵਿਛੋੜਾ ਤਾਂ ਹੁੰਦਾ ਜੇ ਪਹਿਲੇ ਮਿਲਾਪ ਹੋਇਆ ਹੋਵੇ, ਤੇ ਮੈਨੂੰ ਲੱਗਦਾ ਕਿ ਕਈ ਤਾਂ ਸਾਨੂੰ ਸਾਨੂੰ ਫੀਲ ਜਾਂ ਸਾਨੂੰ ਆਪਾਂ ਮਹਿਸੂਸ ਹੀ ਨਹੀਂ ਕਰਦੇ ਕਿ ਸਾਡਾ ਵਿਛੋੜਾ ਹੋਇਆ, ਕਿ ਜਾਂ ਆਪਾਂ ਹਲੇ ਮਿਲਾਪ ਹੀ ਨਹੀਂ ਕੀਤਾ, ਉਸ ਸਟੇਜ ਤੇ ਨਹੀਂ ਪਹੁੰਚੇ। ਜਿਵੇਂ ਗੁਰੂ ਅਰਜਨ ਦੇਵ ਜੀ ਵੀ ਦੱਸਦੇ ਆ ਜਾਂ ਆਪਣੀ ਗੁਰਬਾਣੀ 'ਚ ਕਹਿੰਦੇ ਆ, ਵਿਛੋੜਾ ਸਹਿਆ ਨਾ ਜਾਏ। ਉਹ ਵਿਛੋੜੇ ਵਾਲੀ ਅਵਸਥਾ ਨੂੰ ਬਿਆਨ ਕਰਦੇ ਆ ਕਿ ਉਹ ਵਿਛੋੜੇ ਦੀ ਸਟੇਜ ਕਿੱਦਾਂ ਹੁੰਦੀ ਹੈ, ਕਿ ਉਹ ਸਹਿਣ ਲਾਇਕ ਨਹੀਂ ਹੈਗਾ, ਉਹ ਨਹੀਂ ਸਹਿਆ ਜਾਂਦਾ ਕਿ ਜਦੋਂ ਇੱਕ ਵਾਰ ਪ੍ਰਭੂ ਨੂੰ ਆਪਾਂ ਮਿਲ ਲਿਆ ਤੇ ਉਸ ਤੋਂ ਬਾਅਦ ਆਪਾਂ ਜਦੋਂ ਗੈਪ ਪੈ ਜਾਵੇ। ਤੇ ਉਹੀ ਚੀਜ਼ ਹੈਗੀ ਹੈ ਕਿ ਆਪਾਂ ਆਪਣੀ ਪ੍ਰੀਤ ਪਾਈਏ, ਆਪਣੀ ਪ੍ਰਾਇਓਰਟੀ ਸੈਟ ਰਾਈਟ ਕਰੀਏ। ਆਪਾਂ ਜਿਹੜੇ ਮਾਇਆ ਤੇ ਮੋਹ ਦੇ ਆਪਾਂ ਜਿਹੜੇ ਪ੍ਰੇਮ ਨਾਲ ਹਲੇ ਮੋਹ ਪਾਇਆ ਹੋਇਆ, ਉਹਨੂੰ ਛੱਡ ਕੇ ਪ੍ਰਭੂ ਵੱਲ ਆਪਣਾ ਮੋਹ ਪਾਈਏ ਜੀ।
ਕਬੀਰ ਜੀ ਇਹੀ ਕਹਿਣਾ ਚਾਹ ਰਿਹਾ ਇਹ ਵਾਲੇ ਸ਼ਲੋਕ ਦੇ ਵਿੱਚ। ਤੇ ਫਿਰ ਐਂਡ ਤੇ ਐਗਜ਼ਾਮਪਲ ਬਹੁਤ ਵੱਡੀ ਦਿੰਦੇ ਆ ਕਿ ਜਿਹਨੇ ਮਾਇਆ ਦੇ ਮੋਹ ਨਾਲ ਤੇ ਪ੍ਰਭੂ ਨਾਲ ਮੋਹ ਨਹੀਂ ਪਾਇਆ, ਉਹਦਾ ਫਿਰ ਵਿਛੋੜਾ ਬਹੁਤ ਜ਼ਿਆਦਾ ਲੰਬਾ ਡਿਊਰੇਸ਼ਨ ਹੈਗਾ ਜੀ। ਸੰਗਤ ਦੇ ਵਿਚਾਰ ਵੀ ਆਪਾਂ ਲੈ ਲਈਏ ਜੀ। ਮਨਦੀਪ ਕੌਰ ਜੀ ਦਾ ਹੈਂਡ ਰੇਜ਼ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ ਜੀ। ਹਾਂਜੀ, ਜਿਵੇਂ ਪਹਿਲਾਂ ਨੇ ਦੱਸਿਆ, ਇਹਨੂੰ ਇਹ ਸਾਨੂੰ ਲੱਗਿਆ ਕਿ ਕਬੀਰ ਜਿਸ ਵਿੱਚ ਕਹਿ ਰਹੇ ਨੇ, ਕਬੀਰ ਚੱਕਵੀ ਜੋ ਨਿਸ ਵਿਛੜੈ ਆਏ ਮਿਲੈ ਪ੍ਰਭਾਤ। ਵੀ ਚੱਕਵੀ ਰਾਤ ਨੂੰ ਜਦੋਂ ਚੱਕਵੀ ਤੋਂ ਵਿਛੜ ਜਾਂਦੀ ਹੈ, ਪਰ ਉਹ ਸਵੇਰ ਹੁੰਦੇ ਸਾਰ ਪ੍ਰਭਾਤ ਹੁੰਦੇ ਸਾਰ ਉਸਨੂੰ ਮਿਲ ਪੈਂਦੀ ਹੈ। ਜੋ ਨਰ ਵਿਛੜੈ ਰਾਮ ਹਸਿਓ, ਨਾ ਦਿਨ ਮਿਲੇ ਨਾ ਰਾਤ। ਪਰ ਜੋ ਮਨੁੱਖ ਰਾਮ ਤੋਂ ਵਿਛੜ ਜਾਂਦਾ ਹੈ, ਭਾਵ ਪਰਮਾਤਮਾ ਤੋਂ ਵਿਛੜ ਜਾਂਦਾ ਹੈ, ਨਾ ਹੀ ਉਹ ਦਿਨੇ ਮਿਲ ਸਕਦਾ ਹੈ ਤੇ ਨਾ ਹੀ ਉਹ ਰਾਤ ਨੂੰ ਮਿਲ ਸਕਦਾ ਹੈ, ਕਿਉਂਕਿ ਉਹ ਪਰਮਾਤਮਾ ਨੂੰ ਮਿਲਿਆ ਫਿਰ ਉਹ ਮਾਇਆ ਦੇ ਵਿਕਰਸ ਪਾਸੇ ਲੱਗ ਜਾਵਾਂਗੇ। ਅਸੀਂ ਸਿਰਫ ਪਰਮਾਤਮਾ ਦਾ ਨਾਮ ਜਪਣਾ ਹੈ। ਜੇਕਰ ਅਸੀਂ ਮਾਇਆ ਵਾਲੇ ਪਾਸੇ ਲੱਗ ਕੇ ਮਾਇਆ ਮਮਤਾ ਸਾਡੇ ਮਨ ਵਿੱਚ ਵਿਚਾਲੇ ਪ੍ਰਭੂ ਦੇ ਨਾਮ ਦਾ ਨਾਮ ਛੱਡ ਕੇ, ਤਾਂ ਅਸੀਂ ਵੀ ਪਰਮਾਤਮਾ ਤੋਂ ਵਿਛੜ ਜਾਵਾਂਗੇ ਤੇ ਨਾ ਅਸੀਂ ਦਿਨ ਮਿਲ ਪਾਵਾਂਗੇ ਔਰ ਨਾ ਹੀ ਰਾਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਾਹ ਜੀ, ਬਹੁਤ ਸੋਹਣੇ ਵਿਚਾਰ ਜੀ ਕਿ ਆਪਾਂ ਜਿਹੜੀ ਮੋਹ ਹੈ, ਆਪਣੀ ਪ੍ਰੀਤ ਹੈ, ਉਹ ਮਾਇਆ ਨੂੰ ਛੱਡ ਕੇ ਤੇ ਪਰਮਾਤਮਾ ਅਕਾਲ ਪੁਰਖ ਵੱਲ ਲਾ ਲਈ ਹੈ ਜੀ। ਤੇ ਕੁਝ ਚੈਟਸ ਵੀ ਆਈਆਂ ਨੇ, ਉਹ ਵੀ ਰੀਡ ਕਰ ਲੈਂਦੇ ਹਾਂ ਜੀ। ਤਰਨਜੋਤ ਜੀ, ਇੱਕ ਮੈਂ ਵੀ ਪੁਆਇੰਟ ਦੇ ਦਿਆਂ ਜੀ। ਜ਼ਰੂਰ ਜੀ, ਜ਼ਰੂਰ ਅੰਕਲ। ਸੰਗਤ ਜੀ, ਮੈਨੂੰ ਲੱਗਦਾ ਹੈ ਕਿ ਜਿਹੜੀ ਵਿਛੋੜੇ ਦੀ ਅਸੀਂ ਅੱਜ ਗੱਲ ਕਰ ਰਹੇ ਹਾਂ ਨਾ, ਜਿਹੜੀ ਕਬੀਰ ਜੀ, ਪਰਵਿੰਦਰ ਜੀ ਨੇ ਬੜੀ ਸੋਹਣੀ ਐਗਜ਼ਾਮਪਲ ਦਿਖਾਇਆ ਕਿ ਜਦੋਂ ਕੋਈ ਟੀਚਰ, ਵਧੀਆ ਟੀਚਰ ਹੋਏ, ਸਾਨੂੰ ਐਗਜ਼ਾਮਪਲ ਦੇ ਕੇ ਸਮਝਾਉਂਦਾ। ਅੱਜ ਕਬੀਰ ਜੀ ਬੜੀ ਪਿਆਰੀ ਐਗਜ਼ਾਮਪਲ ਦੇ ਰਹੇ ਨੇ ਕਿ ਚੱਕਵੀ ਤੇ ਚੱਕਵਾ, ਅਸੀਂ ਅਗਰ ਉਹਨਾਂ ਨੂੰ ਫਿਜ਼ੀਕਲ ਵਰਲਡ 'ਚ ਦੇਖੀਏ ਤੇ ਉਹਨਾਂ ਦਾ ਵਿਛੋੜਾ ਨਹੀਂ ਹੁੰਦਾ। ਉਹ ਬੈਠੇ ਹਮੇਸ਼ਾ ਕੋਲ ਹੀ ਹੁੰਦੇ ਨੇ, ਨੇੜੇ ਬੈਠੇ ਹੁੰਦੇ ਹਨ, ਪਰ ਹਨੇਰੇ ਕਰਕੇ ਲੱਗਦਾ ਹੈ ਕਿ ਜਿਹੜਾ ਸਾਥੀ ਆ ਉਹਨਾਂ ਦਾ, ਉਹ ਸਾਡੇ ਕੋਲ ਨਹੀਂ ਹੈ। ਕਬੀਰ ਜੀ ਅੱਜ ਸਾਨੂੰ ਵੀ ਇਹੀ ਸਮਝਾ ਰਹੇ ਨੇ ਕਿ ਪਰਮਾਤਮਾ ਤੇਰੇ ਬਿਲਕੁਲ ਕੋਲ ਹੈ, ਹਾਜ਼ਰਾ ਹਜ਼ੂਰ ਹੈ, ਜ਼ਾਹਰਾ ਜ਼ਹੂਰ ਹੈ, ਹਮੇਸ਼ਾ ਤੇਰੇ ਨੇੜੇ ਹੈ, ਹੱਥ ਤੋਂ ਵੀ ਨੇੜੇ, ਤੇਰੇ ਆਪਣੇ ਹੱਥ ਤੋਂ ਵੀ ਨੇੜੇ ਹੈ, ਹਮੇਸ਼ਾ ਤੇਰੇ ਨਾਲ ਹੈ ਔਰ ਤੇਰੇ ਹਰ ਵੇਲੇ ਸਾਰਾ ਕੁਝ ਤੈਨੂੰ ਦੇਖ ਰਿਹਾ ਔਰ ਤੇਰੀ ਸਹਾਇਤਾ ਕਰਨ ਨੂੰ ਵੀ ਤਿਆਰ ਹੈ ਬਿਲਕੁਲ। ਪਰ ਕਿਉਂਕਿ ਤੇਰੇ ਮਨ ਤੇ ਹਨੇਰਾ ਮਾਇਆ ਦਾ ਪੜਦਾ ਪਿਆ ਹੈ, ਇਸ ਕਰਕੇ ਤੈਨੂੰ ਉਹ ਬਹੁਤ ਦੂਰ ਨਜ਼ਰ ਆਉਂਦਾ। ਅਸੀਂ ਰੋਜ਼ ਜਪਜੀ ਸਾਹਿਬ ਜੀ ਪੜ੍ਹਦੇ ਹਾਂ, ਨੇੜੇ ਤੇ ਦੂਰ ਦੀ ਗੱਲ, ਪਾਤਸ਼ਾਹ ਬਹੁਤ ਨੇੜੇ ਹੈ ਸਾਡੇ, ਅਸੀਂ ਸਿਰਫ ਸਾਨੂੰ ਮਹਿਸੂਸ ਕਰਨਾ ਹੈ, ਉਹ ਹਨੇਰਾ ਸਾਨੂੰ ਹਟਾਉਣਾ ਪਏਗਾ ਤੇ ਚੱਕਵੀ ਤੇ ਚੱਕਵੇ ਲਈ ਉਹ ਰਾਤ ਵੀ ਦਿਨ ਬਣ ਜਾਏਗਾ ਜੀ। ਹਾਂਜੀ, ਵਾਹਿਗੁਰੂ ਜੀ। ਵਾਹ ਜੀ, ਬਹੁਤ ਸੋਹਣੀ ਵਿਚਾਰ ਜੀ ਅੰਕਲ ਜੀ ਕਿ ਕਿੰਨਾ ਨੇੜੇ ਹੋਈ, ਆਪਾਂ ਹਰ ਕੰਨ ਵਿੱਚ ਵਸਿਆ ਹਾਜ਼ਰਾ ਹਜ਼ੂਰ ਹੈ, ਪਰ ਉਹ ਸਾਡੀ ਮੱਤ ਤੇ ਪੜਦਾ ਪਿਆ ਹੋਇਆ, ਆਪਾਂ ਉਹਨੂੰ ਦੂਰ ਜਾਣ ਲੈਂਦੇ ਹਾਂ ਕਿ ਉਹ ਦੂਰ ਹੈਗਾ। ਕਮੈਂਟਸ ਚੈਟਸ ਵਿੱਚ ਆਇਆ ਸੀਗਾ ਜੀ। ਲਵਪ੍ਰੀਤ ਸਿੰਘ ਜੀ ਲਿਖ ਰਹੇ ਨੇ, ਨੇੜੇ ਨਾ ਹੀ ਦੂਰ, ਅੰਤਰ ਆਤਮੇ ਰਿਹਾ ਭਰਪੂਰ। ਹਾਂਜੀ, ਬਿਲਕੁਲ ਠੀਕ ਹੈ ਜੀ, ਉਹ ਸਾਡੇ ਅੰਦਰ ਵਿੱਚ ਹੀ ਵਸਦਾ ਜੀ। ਹਰਪ੍ਰੀਤ ਕੌਰ ਜੀ ਲਿਖਦੇ ਨੇ ਜੀ, ਆਖਾਂ ਜੀਵਾਂ ਵਿਸਰੈ ਮਰ ਜਾਓ। ਹਾਂਜੀ, ਬਿਲਕੁਲ ਠੀਕ ਹੈ ਜੀ। ਹਰਪ੍ਰੀਤ ਕੌਰ ਜੀ, ਸੱਚ ਵਿਛੋੜਾ ਨਾ ਥੀਆ, ਸੋ ਸਹੁ ਰੰਗ ਰਵੰਤ। ਠੀਕ ਹੈ ਜੀ। ਅਮਰਜੀਤ ਕੌਰ ਜੀ ਲਿਖਦੇ ਨੇ, ਸੇਵ ਕਰੀ ਪਲ ਚਸਾ ਨਾ ਵਿਛੜੈ, ਜਨ ਨਾਨਕ ਦਾਸ ਤੁਮਾਰਾ ਜੀਓ, ਭਾਰੇ ਜੀਓ। ਹਰਪਾਲ ਕੌਰ ਜੀ ਲਿਖਦੇ ਨੇ ਜੀ, ਮਾਇਆ ਮੋਹ ਵਿਸਰਿਆ, ਸੁਖ ਦਾਤਾ ਦਾਤਾਰ। ਠੀਕ ਹੈ ਜੀ। ਹਰਪ੍ਰੀਤ ਕੌਰ ਜੀ ਫਿਰ ਲਿਖਦੇ ਨੇ, ਸਦਾ ਅੰਗ ਸੰਗੇ ਅਭੰਗਮ ਵਿਭੂਤੇ। ਹਾਂਜੀ, ਗੁਰਵੀਰ ਸਿੰਘ ਜੀ ਦਾ ਹੈਂਡ ਹੈ ਜੀ, ਆਪਾਂ ਉਹ ਵੀ ਲੈ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੈਸੇ ਕਿੰਨੀ ਆਨੰਦ ਵਾਲੀ ਗੱਲ ਹੈ, ਅਸੀਂ ਜਿੰਨੇ ਦਿਨਾਂ ਤੋਂ ਕਬੀਰ ਜੀ ਦੇ ਸ਼ਲੋਕ ਪੜ੍ਹ ਰਹੇ ਹਾਂ, ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹ ਬੇਸਿਕ ਚੀਜ਼ਾਂ ਉਹੀ ਨੇ
ਬਈ ਅਸੀਂ ਜਿਹੜੀ ਦੁਨਿਆਵੀ ਚੀਜ਼ਾਂ 'ਚ ਫਸੇ ਹਾਂ, ਵਿਸ਼ੇ ਵਿਕਾਰਾਂ 'ਚ ਫਸੇ ਹਾਂ, ਕਪਟ, ਠੱਗੀ, ਹੁਸ਼ਿਆਰੀ, ਕੋਈ ਵੀ ਝੂਠ, ਕਿਸੇ ਦੀ ਵੀ ਬੁਰਾਈ, ਚੀਜ਼ਾਂ ਸਾਰੀਆਂ ਉਹੀ ਨੇ, ਉਹੀ ਚੀਜ਼ਾਂ ਉਹ ਸਾਨੂੰ ਛੱਡਣ ਨੂੰ ਕਹਿ ਰਹੇ ਨੇ। ਬਟ ਉਹਨਾਂ ਕੋਲੋਂ ਇੰਨੀਆਂ ਵਧੀਆ ਐਗਜ਼ਾਮਪਲਸ ਨੇ ਕਿ ਉਹ ਰੋਜ਼ ਸਾਨੂੰ ਵੱਖਰੀ ਵੱਖਰੀ ਐਗਜ਼ਾਮਪਲ ਨਾਲ ਸਮਝਾਉਂਦੇ ਨੇ, ਤੇ ਸਾਨੂੰ ਇੰਨੀ ਕਿ ਸਾਡੇ ਤੇ ਪੜਦਾ ਪਿਆ ਹੋਇਆ, ਇੰਨੇ ਜਨਮਾਂ ਤੋਂ ਸਾਡੇ ਤੋਂ ਪੜਦਾ ਪਿਆ ਹੋਇਆ ਕਿ ਸਾਨੂੰ ਇਹ ਗੱਲ ਸਮਝ ਹੀ ਨਹੀਂ ਆ ਪਾ ਰਹੀ ਕਿ ਬੇਸਿਕ ਚੀਜ਼ ਉਹ ਕੀ ਕਹਿ ਰਹੇ ਨੇ। ਚੀਜ਼ਾਂ ਉਹੀ ਸਿਰਫ ਬੇਸਿਕ ਹੈ, ਸਾਨੂੰ ਆਪਣੀ ਲਾਈਫ ਵਿੱਚ ਇਹ ਵਿਸ਼ੇ ਵਿਕਾਰਾਂ ਨੂੰ ਹੀ ਛੱਡਣਾ ਹੈ। ਉਹਨਾਂ ਨੂੰ ਅਗਰ ਅਸੀਂ ਛੱਡ ਦਿੰਦੇ ਹਾਂ ਤੇ ਨੈਚੁਰਲ ਜਿਹਾ ਹੀ ਅਸੀਂ ਸਾਰੇ ਉਹੀ ਰੂਪ ਵਿੱਚ ਆ ਜਾਵਾਂਗੇ, ਜਿਹਦੇ ਸਾਨੂੰ ਪਰਮਾਤਮਾ ਦੀ ਸੋਝੀ ਹੋ ਜਾਏਗੀ, ਜਿਹਦੇ ਸਾਨੂੰ ਸਤਿਗੁਰ ਦੀ ਸਮਝ ਆ ਜਾਏਗੀ, ਜਿੰਦੇ ਵਿੱਚ ਅਸੀਂ ਉਹਦੇ ਨਾਲ ਜੁੜ ਪਾਵਾਂਗੇ। ਬਟ ਇਹ ਬੜੀ ਮੈਨੂੰ ਅਚੰਭੇ ਵਾਲੀ ਗੱਲ ਲੱਗਦੀ ਕਿ ਉਹਨਾਂ ਕੋਲੋਂ ਕਿੰਨੀ ਕੈਪੈਸਿਟੀ ਹੈਗੀ ਹੈ ਸਾਨੂੰ ਵੱਖਰੇ ਵੱਖਰੇ ਐਗਜ਼ਾਮਪਲ ਦੇ ਕੇ ਸਮਝਾਉਣ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਹ ਜੀ, ਬਹੁਤ ਸੋਹਣੇ ਵਿਚਾਰ ਜੀ। ਇੱਕ ਹੋਰ ਹੈਂਡ ਇਹਦਾ ਆਪਾਂ ਉਹ ਵੀ ਲੈ ਲੈਂਦੇ ਹਾਂ ਜੀ ਪਹਿਲਾਂ, ਮਨਦੀਪ ਕੌਰ ਜੀ। ਵਾਹਿਗੁਰੂ ਜੀ, ਜਿਵੇਂ ਪਹਿਲਾਂ ਗੱਲ ਹੋਈ ਸੀ ਕਿ ਪਰਮਾਤਮਾ ਹਰ ਇੱਕ ਥਾਂ ਵਸਦਾ, ਮੈਂ ਉਸਦੇ ਨਾਲ ਰਿਲੇਟਡ ਗੁਰੂ ਤੇਗ ਬਹਾਦਰ ਜੀ ਦੇ ਜੋ ਸ਼ਲੋਕ ਹਨ ਉਹਨਾਂ ਵਿੱਚ ਇੱਕ ਸ਼ਲੋਕ ਦੱਸਣਾ ਚਾਹਾਂਗੀ। ਘਟ ਘਟ ਮੈਂ ਹਰਿ ਜੂ ਬਸੈ, ਸੰਤਨ ਕਹਿ ਪੁਕਾਰ, ਕਹੁ ਨਾਨਕ ਭਜ ਹਰਿ ਮਨਾ, ਪਉ ਨਿਧਿ ਉਤਰੈ ਪਾਰ। ਵੀ ਗੁਰੂ ਜੀ ਉਸ ਵਿੱਚ ਕਹਿ ਰਹੇ ਹਨ ਕਿ ਘਟ ਘਟ ਮੈਂ ਹਰਿ ਜੂ ਬਸੈ, ਵੀ ਘਟ ਘਟ ਦੇ ਵਿੱਚ ਨਾ ਜਿਹੜਾ ਉਹ ਪਰਮਾਤਮਾ ਵਸ ਗਿਆ। ਸੰਤ ਨੇ ਕਹੇ ਪੁਕਾਰ, ਵੀ ਜਿਹੜੇ ਸੰਤ ਨੇ ਉੱਚੀ ਉੱਚੀ ਪੁਕਾਰ ਕਰ ਰਹੇ ਨੇ ਕਿ ਘਟ ਘਟ ਦੇ ਵਿੱਚ ਪਰਮਾਤਮਾ ਵਸ ਰਿਹਾ। ਕਹੋ ਨਾਨਕ ਭਜ ਹਰਿ ਮਨਾ, ਪਉ ਨਿਧਿ ਉਤਰੈ ਪਾਰ। ਕਹੋ ਨਾਨਕ ਭਾਵ ਕਿ ਨਾਨਕ ਕਹਿ ਰਹੇ ਨੇ ਕਿ ਇਹ ਮਨਾ ਇਸ ਪਰਮਾਤਮਾ ਦਾ ਭਜਨ ਕਰ ਲੈ, ਪਉ ਨਿਧਿ ਉਤਰੈ ਪਾਰ। ਤੇ ਇਸ ਜਿਹੜਾ ਸੰਸਾਰਿਕ ਸਮੁੰਦਰ ਹੈ, ਪਉ ਨਿਧਿ ਉਤਰੈ ਪਾਰ, ਇਸ ਤੋਂ ਤੂੰ ਪਾਰ ਉਤਰ ਜਾਏਗਾ। ਇਸ ਵਿੱਚ ਇਹ ਹੈ ਕਿ ਜੇ ਅਸੀਂ ਪਰਮਾਤਮਾ ਦਾ ਨਾਮ ਜਪੀ ਤਾਂ ਅਸੀਂ ਪਾਰ ਹੋ ਜਾਵਾਂਗੇ, ਤੇ ਪਰਮਾਤਮਾ ਹਰ ਇੱਕ ਥਾਂ ਵਸਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹ ਜੀ, ਬਹੁਤ ਸੋਹਣੇ ਵਿਚਾਰ ਜੀ। ਗੁਰਵੀਰ ਅੰਕਲ ਜੀ ਨੇ ਵੀ ਬੜੀ ਵਧੀਆ ਸਾਨੂੰ ਚੀਜ਼ ਸਮਝਾਈ ਕਿ ਜਿਵੇਂ ਇੱਕ ਟੀਚਰ ਹੁੰਦਾ, ਜਾਂ ਆਪਾਂ ਆਪਣੀ ਗੱਲ ਕਰੀਏ ਕਿ ਇੱਕ ਦੋ ਵਾਰ ਆਪਾਂ ਸਮਝਾ ਕੇ ਫਿਰ ਕਿਵੇਂ ਕੋਈ ਜੇ ਚੀਜ਼ ਬੰਦਾ ਨਾ ਸਮਝੇ ਆਪਾਂ ਇਰੀਟੇਟ ਹੋ ਜਾਂਦੇ ਹਾਂ। ਪਰ ਕਬੀਰ ਜੀ ਸਾਨੂੰ ਇਹੋ ਜਿਹੇ ਟੀਚਰ ਮਿਲੇ ਨੇ, ਉਹ ਇੱਕ ਚੀਜ਼ ਸਾਨੂੰ ਦੂਜੇ ਤੀਜੇ ਚੌਥੇ ਐਗਜ਼ਾਮਪਲ ਦੇ ਕੇ ਸਮਝਾ ਰਹੇ ਆ। ਤੇ ਆਪਾਂ ਇਹੋ ਜਿਹੇ ਸਟੂਡੈਂਟ ਹੈਗੇ ਆ ਕਿ ਨਹੀਂ, ਆਪਾਂ ਨਹੀਂ ਸਮਝ ਰਹੇ, ਜੇ ਸਮਝ ਰਹੇ ਆ ਤਾਂ ਅਪਲਾਈ ਨਹੀਂ ਕਰ ਰਹੇ, ਜੇ ਸਮਝ ਵੀ ਹੈ ਅਪਲਾਈ ਕਰ ਨਹੀਂ ਪਾ ਰਹੇ, ਅੜਚਨਾ ਏਦਾਂ ਦੀਆਂ ਆ ਜਾਂਦੀਆਂ। ਤੇ ਉਹੀ ਚੀਜ਼ ਹੈ, ਉਹਦਾ ਹੱਲ ਸਿਰਫ ਇੱਕੋ ਹੀ ਹੈ ਜੀ ਕਿ ਸਿਮਰਨ ਤੇ ਪਰਮਾਤਮਾ ਦੇ ਨਾਮ ਨਾਲ ਜੁੜਨਾ, ਸੰਗਤ ਕਰਨੀ, ਸੰਗਤ ਤੋਂ ਜਿੱਥੋਂ ਏਦਾਂ ਦੇ ਵਿਚਾਰ ਮਿਲਦੇ ਨੇ ਤੇ ਉਹਨੂੰ ਅਰਦਾਸ ਕਰਨੀ। ਅਰਦਾਸ ਹੀ ਕਰ ਸਕਦੇ ਐਂਡ ਤੇ ਕਿ ਮਹਾਰਾਜ ਜੀ ਕਿਰਪਾ ਕਰੋ, ਉਦਮ ਬਖਸ਼ੋ ਕਿ ਆਪਾਂ ਇਹਨੂੰ ਇੰਪਲੀਮੈਂਟ ਵੀ ਕਰ ਸਕੀਏ ਜੀ। ਪ੍ਰਵਿੰਦਰ ਸਿੰਘ ਜੀ ਦਾ ਵੀ ਹੈਂਡ ਰੇਜ਼ ਹੈਗਾ ਜੀ, ਅੰਕਲ ਪਲੀਜ਼ ਵਿਚਾਰ ਦਿਓ ਜੀ। ਪਰਮਾਤਮਾ ਅਕਾਲ ਪੁਰਖ ਸਾਡੇ ਕਿੰਨੇ ਨੇੜੇ ਹੈ, ਇਹਦੇ ਵਾਸਤੇ ਬਹੁਤ ਸੋਹਣੀ ਉਦਾਹਰਨ ਜਿਹੜੀ ਹੈ ਕਬੀਰ ਦੇ ਰਹੇ ਸਨ। ਕਹਿੰਦੇ ਜਿਸ ਤਰ੍ਹਾਂ ਅਸਮਾਨ ਵਿੱਚ ਇੱਕ ਜਹਾਜ਼ ਉੱਡਦਾ ਹੈ, ਜਦੋਂ ਬਹੁਤ ਉੱਚਾ ਹੁੰਦਾ ਹੈ ਸਾਨੂੰ ਲੱਗਦਾ ਹੈ ਬਹੁਤ ਛੋਟਾ ਹੋ ਕੇ ਨਜ਼ਰੀ ਪੈਂਦਾ ਹੈ। ਕਈ ਵਾਰੀ ਤਾਂ ਸਾਨੂੰ ਸਿਰਫ ਅਸਮਾਨ ਵਿੱਚ ਉਹਦੀ ਆਵਾਜ਼ ਹੀ ਸੁਣਦੀ ਹੈ, ਨਜ਼ਰੀ ਵੀ ਨਹੀਂ ਪੈਂਦਾ, ਪਰ ਲੱਗਦਾ ਹੈ ਕੋਈ ਜਹਾਜ਼ ਨਿਕਲ ਰਿਹਾ ਹੈ ਅਸਮਾਨ ਦੇ ਵਿੱਚ। ਜਾਂ ਕਈ ਵਾਰੀ ਨਜ਼ਰੀ ਪੈਂਦਾ ਹੈ ਤਾਂ ਬਹੁਤ ਛੋਟਾ ਨਜ਼ਰ ਆਉਂਦਾ ਹੈ, ਬਹੁਤ ਦੂਰ। ਕਈ ਵਾਰੀ ਹੋਰ ਨੀਵਾਂ ਹੋ ਕੇ ਜਦੋਂ ਨਿਕਲਦਾ ਹੈ ਸਾਨੂੰ ਹੋਰ ਵੱਡਾ ਪ੍ਰਤੀਤ ਹੁੰਦਾ। ਜਾਂ ਕਈ ਵਾਰੀ ਅਸੀਂ ਏਅਰਪੋਰਟ ਹਵਾਈ ਜਹਾਜ਼ ਦੇ ਜਿੱਥੇ ਖੜਦੇ ਹਨ ਉੱਥੇ ਜਾਂਦੇ ਹਾਂ ਤੇ ਦੇਖਦੇ ਹਾਂ ਹਵਾਈ ਜਹਾਜ਼ ਜਦੋਂ ਸਾਹਮਣੇ ਖੜਾ ਦੇਖਦੇ ਹਾਂ ਕਿ ਉਹ ਕਿੱਡਾ ਵੱਡਾ ਨਜ਼ਰ ਪ੍ਰਤੀਤ ਹੁੰਦਾ। ਇਸੇ ਤਰ੍ਹਾਂ ਜਿਹੜੀ ਹੈ ਉਹ ਪਰਮਾਤਮਾ ਦੀ
ਹੋਂਦ ਜਿਹੜੀ ਹੈ ਸਾਡੀ ਮਨ ਦੀ ਅਵਸਥਾ ਤੇ ਡਿਪੈਂਡ ਕਰਦੀ ਹੈ। ਜਦੋਂ ਅਸੀਂ ਪ੍ਰਮਾਤਮਾ ਨੂੰ ਕਿਤੇ ਦੂਰ ਜਾਪਦੇ ਹਾਂ, ਕਈਆਂ ਨੂੰ ਤਾਂ ਪ੍ਰਮਾਤਮਾ ਜਾਪਦਾ ਹੀ ਨਹੀਂ, ਵੀ ਹੈ ਹੀ ਨਹੀਂ, ਮੈਂ ਨਜ਼ਰ ਆਉਂਦਾ ਹੈ। ਪਰ ਬਾਣੀ ਕਹਿੰਦੀ ਹੈ ਤਾਂ ਸਹੀ ਲਖੇ ਜੇ ਕੋਈ, ਤਬ ਉਹੀ ਉਹ ਇਹ ਨਾ ਹੋਈ। ਭਾਵ ਜਦੋਂ ਜਿੰਨਾ ਅਸੀਂ ਪ੍ਰਮਾਤਮਾ ਨੂੰ ਜਦੋਂ ਦੂਰ ਸਮਝਦੇ ਹਾਂ, ਸਾਨੂੰ ਪ੍ਰਮਾਤਮਾ, ਸਾਨੂੰ ਲੱਗਦਾ ਹੈ ਵੀ ਜਿੱਦਾਂ ਇੱਕ ਜਹਾਜ਼ ਬਹੁਤ ਛੋਟਾ ਨਜ਼ਰ ਆਉਂਦਾ ਹੈ, ਸਾਨੂੰ ਉਹ ਕਿੰਨਾ ਵੱਡਾ ਹੈ ਉਹਦੀ ਵਿਆਪਕਤਾ ਸਮਝ ਹੀ ਨਹੀਂ ਪੈਂਦੀ। ਪਰ ਜਿੰਨਾ ਅਸੀਂ ਪ੍ਰਮਾਤਮਾ ਦੇ ਨੇੜੇ ਹੁੰਦੇ ਜਾਂਦੇ ਹਾਂ, ਸਾਹਮਣੇ ਨਜ਼ਰ ਆਉਂਦੇ ਹਾਂ, ਫਿਰ ਸਾਨੂੰ ਪ੍ਰਮਾਤਮਾ ਇੱਕ ਜਿਸ ਤਰ੍ਹਾਂ ਜਹਾਜ਼ ਬਹੁਤ ਵੱਡਾ ਨਜ਼ਰ ਸਾਹਮਣੇ ਖੜਾ ਹੁੰਦਾ, ਇਸੇ ਤਰ੍ਹਾਂ ਪ੍ਰਮਾਤਮਾ ਕਿੱਡਾ ਵੱਡਾ ਹੈ, ਕਿੰਨਾ ਬੇਅੰਤ ਹੈ, ਕਿੰਨਾ ਅਗਮ ਅਗੋਚਰ ਹੈ, ਕਿੰਨਾ ਅਮੁੱਲ ਹੈ। ਉਹ ਸਾਨੂੰ ਉਹਨਾਂ ਜਿੰਨਾ ਨੇੜੇ ਜਾਵਾਂਗੇ ਸਾਨੂੰ ਉਹਨਾਂ ਹੀ ਉਹ ਵੱਡਾ ਪ੍ਰਤੀਤ ਹੁੰਦਾ। ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਸਾਡੀ ਅਵਸਥਾ ਹੈ ਉਲਟੀ, ਵਿਪਰੀਤ ਅਵਸਥਾ ਹੈ। ਮਹਾਰਾਜ ਫਰਮਾਉਂਦੇ ਹਨ ਇਸ ਕਬੀਰ ਵਿੱਚ, ਇਸ ਸ਼ਲੋਕ ਵਿੱਚ ਕਬੀਰ ਜੀ ਫਰਮਾਉਂਦੇ ਹਨ, ਜੋ ਨਰ ਵਿਛੜੇ ਰਾਮ ਸਿਉ, ਨਾ ਦਿਨ ਮਿਲੇ ਨਾ ਰਾਤ। ਇਹ ਇਸ ਸ਼ਲੋਕ ਦੇ ਵਿੱਚ ਚਾਲ ਲਿਖੀ ਹੈ ਵੀ ਜੋ ਪ੍ਰਮਾਤਮਾ ਤੋਂ ਵਿਛੜ ਜਾਂਦੇ ਹਨ ਉਹ ਦੁਬਾਰਾ ਵਿਛੋੜਾ ਨਹੀਂ ਪੈ ਸਕਦਾ, ਉਹਨਾਂ ਵਿਛਾੜਾ ਦੁਬਾਰਾ ਮੇਲ ਨਹੀਂ ਹੋ ਸਕਦਾ। ਉਹ ਭਾਵ ਜਨਮਾਂ ਜਨਮਾਂਤਰਾਂ ਦੇ ਵੱਡੇ ਗੇੜ ਪੈ ਜਾਂਦੇ ਹਨ, ਉਹ ਕਈ ਜਨਮ ਲੱਗ ਜਾਂਦੇ ਹਨ। ਭਾਈ ਪ੍ਰਾਪਤ ਮਾਨੁਖ ਦੇ ਹੁਰੀਆ ਹੈ। ਇਹ ਸਾਡਾ ਜਿਹੜਾ ਜਨਮ ਸਾਨੂੰ ਮਿਲਿਆ ਹੈ, ਇਹ ਹੁਣ ਵਾਰੀ ਮਿਲੀ ਹੈ ਉਹਨੂੰ ਉਹਦੇ ਨੇੜੇ ਹੋਣ ਦੀ, ਉਹਨੂੰ ਸਮਝਣ ਦੀ। ਇਹ ਵਿਛੋੜਾ ਜਿਹੜਾ ਸਾਡਾ ਦੂਰ ਹੋ ਸਕਦਾ ਹੈ। ਸਤਿਗੁਰੂ ਜੀ ਦੀ ਸ਼ਰਨ ਗਿਆ, ਸਤਿਗੁਰੂ ਜੀ ਦੇ ਨਾਮ ਨੂੰ ਜਪਿਆ, ਸਤਿਗੁਰੂ ਜੀ ਦੀ ਸਿੱਖਿਆ ਦੇ ਉੱਤੇ ਤੁਰਿਆ। ਹਮ ਅੰਧਲੇ ਅੰਧ, ਇੰਨੀ ਸਾਡੀ ਅਵਸਥਾ ਹੈ। ਇੱਕ ਅੰਧੇ ਆ, ਇੱਕ ਅੰਧੇ ਖੂਹ ਵਿੱਚ ਡਿੱਗੇ ਹੋਏ। ਹਮ ਅੰਧਲੇ ਅੰਧ ਬਿਖੈ ਬਿਖ ਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵਹਿ ਆਪਨ ਪਾਲੀ। ਸਤਿਗੁਰੂ ਜਦੋਂ ਦਇਆ ਕਰਦੇ ਹਨ, ਜਿਸ ਤਰ੍ਹਾਂ ਦਇਆ ਦਾ ਸ਼ਬਦ ਭੈਣ ਜੀ ਨੇ ਪਹਿਲਾਂ ਬੜੇ ਪ੍ਰੇਮ ਨਾਲ ਪੜਿਆ ਹੈ, ਸਤਿਗੁਰ ਹੋਏ ਦਇਆਲ ਸ਼ਰਧਾ ਪੂਰੀਏ, ਫਿਰ ਜਿਹੜੀ ਹੈ ਅਵਸਥਾ ਬਣ ਜਾਏਗੀ, ਵਿਛੜ ਵਿਛੜ ਜੋ ਮਿਲੈ, ਸਤਿਗੁਰ ਕੇ ਭੈ ਪਾਏ, ਜਨਮ ਮਰਨ ਨਿਹਚਲ ਪਏ, ਗੁਰਮੁਖ ਨਾਮ ਤੇ ਆਏ। ਗੁਰਮੁਖ ਜਨ ਜਿਹੜੇ ਹਨ, ਜਿਹੜੇ ਲੰਬੇ ਵਿਛੋੜੇ ਪੈਂਦੇ ਹਨ, ਉਸ ਤੋਂ ਬਚ ਜਾਂਦੇ ਹਨ ਨਾਮ ਦੇ ਨਾਲ ਜੁੜ ਕੇ। ਸੋ ਸਤਿਗੁਰੂ ਦੇ ਨਾਮ ਨਾਲ ਜੁੜਿਆ ਸਾਡਾ ਇਹ ਵਿਛੋੜਾ ਜਿਹੜਾ ਹੈ ਦੂਰ ਹੋ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹ ਜੀ, ਬਹੁਤ ਹੀ ਸੋਹਣੇ ਵਿਚਾਰ ਕਿ ਪਰਮਾਤਮਾ ਅਕਾਲ ਪੁਰਖ ਕਿੰਨਾ ਬੇਅੰਤ ਹੈ, ਤੇ ਉਹ ਬੇਅੰਤਤਾ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ, ਸਾਨੂੰ ਉਨੀ ਕੁ ਸੋਝੀ ਸਮਝ ਆਉਂਦੀ ਹੈ ਜਿੰਨੀ ਕੁ ਸਾਡੀ ਸਮਝ ਹੋਵੇ। ਬਹੁਤਾ ਕਹੀਏ ਬਹੁਤਾ ਹੋਏ, ਜਿੰਨਾ ਆਪਾਂ ਉਹਨੂੰ, ਜਿੰਨੀ ਸਾਡੀ ਸੋਚ ਦਾ ਪੱਧਰ ਹੈ ਉਸ ਹਿਸਾਬ ਨਾਲ ਆਪਾਂ ਉਹਨੂੰ ਵਿਸ਼ਾਲ ਕਰਦੇ ਹਾਂ। ਪਰ ਉਹ ਓਨਾ ਜ਼ਿਆਦਾ ਵਿਸ਼ਾਲ ਹੈ ਜੋ ਆਪਾਂ ਸੋਚ ਵੀ ਨਹੀਂ ਸਕਦੇ, ਉਸ ਲੈਵਲ ਤੱਕ ਆਪਾਂ ਪਹੁੰਚ ਹੀ ਨਹੀਂ ਸਕਦੇ। ਆਪਣੀ ਸੋਚ ਵਿਸ਼ਾਲ ਕਰਨ ਦੀ ਗੱਲ ਹੈ ਤੇ ਉਹਨੂੰ ਮਹਿਸੂਸ ਕਰਨ ਦੀ ਗੱਲ ਹੈ ਜੀ। ਗੁਰਕੀਰਤ ਸਿੰਘ ਜੀ ਦਾ ਵੀ ਹੈਂਡਲ ਹੈ, ਆਪਾਂ ਉਹਨਾਂ ਦੇ ਵਿਚਾਰ ਵਿੱਚ ਜ਼ਰੂਰ ਲਈਏ ਜੀ। ਵਾਹਿਗੁਰੂ ਜੀ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਇੱਕ ਫਰਮਾਨ ਆਇਆ ਸੀ ਸਹਿਜ ਪਾਠ ਦੀ ਬਰਕਤ ਵਿੱਚ ਕਿ ਆਪੇ ਮੇਲ ਮਿਲਾਇਨ ਫਿਰ ਵਿਛੋੜਾ ਨਾ ਹੋਏ। ਇਸ ਪ੍ਰਥਾਈ ਇਹ ਸਮਝ ਆਉਂਦੀ ਹੈ ਕਿ ਜਿਵੇਂ ਅਗਰ ਮਾਇਆ ਦੇ ਵਿੱਚ ਜਾਂ ਵਿਸ਼ੇ ਵਿਕਾਰਾਂ ਵਿੱਚ ਵਿਛੋੜਾ ਹੋ ਵੀ ਜਾਂਦਾ ਹੈਗਾ, ਫਿਰ ਅਸੀਂ ਅਰਦਾਸ ਕਰੀਏ। ਅਰਦਾਸ ਜਿਵੇਂ ਸੰਗਤ ਵਿੱਚ ਵੀ ਸਮਝ ਆਉਂਦੀ ਹੈ, ਉੱਥੇ ਕਥਾ ਵਿੱਚ ਵੀ ਸਮਝਾਉਂਦੇ ਨੇ ਕਿ ਅਰਦਾਸ ਇੱਕ ਐਸੀ ਪਾਵਰਫੁਲ ਚੀਜ਼ ਹੈਗੀ ਹੈ, ਇੰਨੀ ਕੁ ਪਾਵਰਫੁਲ ਚੀਜ਼ ਹੈ ਕਿ ਉਹ ਜਨਮਾਂ ਜਨਮਾਂ ਦੇ ਵਿਛੜਿਆਂ ਨੂੰ ਵੀ ਮਿਲਾ ਸਕਦੀ ਹੈ। ਮਤਲਬ ਸਤਿਗੁਰੂ ਬਖਸ਼ਣਹਾਰ ਜਦੋਂ ਮਿਲਾ ਦਿੰਦੇ ਨੇ, ਫਿਰ ਅਰਦਾਸ ਦੇ ਰਾਹੀਂ ਫਿਰ ਵਿਛੋੜਾ ਨਹੀਂ ਹੁੰਦਾ ਹੈਗਾ। ਕਿ ਜੇ ਮਹਾਰਾਜ ਦੀ ਮਿਹਰ ਹੋਵੇ, ਮਹਾਰਾਜ ਚਾਹੁਣ ਤਾਂ ਫਿਰ ਜਿਹੜਾ ਮੇਲ ਹੋ ਜਾਂਦਾ ਫਿਰ ਉਹਦਾ ਵਿਛੋੜਾ ਨਹੀਂ ਹੁੰਦਾ। ਵਾਹ ਜੀ, ਮੈਨੂੰ ਲੱਗਦਾ ਵੀਡੀਓ ਵਿੱਚ ਰੁਕ ਗਈ ਉਹਨਾਂ ਦੀ। ਬਹੁਤ ਬਹੁਤ ਸੋਹਣੀ ਗੱਲ ਕਹੀ ਹੈ ਕਿ ਅਰਦਾਸ ਦੀ ਗੱਲ ਕੀਤੀ ਹੈ ਕਿ ਜਦੋਂ ਰਿਅਲਾਈਜ਼ੇਸ਼ਨ ਵਾਲੀ ਸਟੇਜ ਆਏਗੀ ਹੈ ਕਿ ਹਾਂ ਸਾਡਾ ਵਿਛੋੜਾ ਪਿਆ ਹੋਇਆ,
तो ਉਹਦਾ ਸੋਲੂਸ਼ਨ ਵੀ ਫਿਰ ਅਰਦਾਸ ਹੀ ਹੈ, ਸਾਧ ਸੰਗਤ ਹੀ ਹੈ। ਸੰਗਤ ਦੀ ਅਰਦਾਸ ਵਿੱਚ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ। ਪਰ ਉਹੀ ਗਿਆਨੀ ਪਿੰਦਰਪਾਲ ਸਿੰਘ ਜੀ ਦੀ ਕਥਾ 'ਚ ਵੀ ਸੀਗਾ, ਮੈਂ ਸੁਣਿਆ ਸੀਗਾ ਕਿ ਅਰਦਾਸ ਕੀਤੀ ਹੋਵੇ ਸੱਚੇ ਮਨ ਨਾਲ, ਪੂਰੀ ਪ੍ਰੀਤ ਪਾ ਕੇ, ਚਰਨਾਂ ਦਾ ਧਿਆਨ ਧਰ ਕੇ, ਤੇ ਉਹ ਹੈ ਹੀ ਨਹੀਂ ਕਿ ਉੱਤੇ ਉਹ ਕੁਛ ਮਤਲਬ ਕੋਈ ਡਾਊਟ ਵਾਲੀ ਗੱਲ ਹੈ ਹੀ ਨਹੀਂ ਕਿ ਉਹ ਕੋਈ ਅਸਰ ਹੋਏਗਾ ਨਹੀਂ ਹੋਏਗਾ। ਉਹ ਪੱਕੀ ਗਰੰਟੀ ਵਾਲੀ ਗੱਲ ਹੈ ਕਿ ਉਹਦਾ ਇਫੈਕਟ ਹੋਣਾ ਹੀ ਹੋਣਾ ਹੈ। ਅਰਦਾਸ ਵਿੱਚ ਬਹੁਤ ਜ਼ਿਆਦਾ ਮਹੱਤਤਾ ਹੈਗੀ ਹੈ। ਹੋਰ ਕੋਈ ਆਪਣੇ ਵਿਚਾਰ ਦੇਣਾ ਚਾਹਵੇ ਜੀ? ਰਵਨੀਤ ਸਿੰਘ ਜੀ ਲਿਖਦੇ ਨੇ ਕਮੈਂਟਸ ਵਿੱਚ, ਇਹਾਂ ਹਰੀ ਊਹਾਂ ਹਰੀ, ਜਿਮੀ ਹਰੀ ਜਮਾ ਹਰੀ। ਹਾਂਜੀ, ਪਰਮਾਤਮਾ ਜਿਹੜਾ ਉਹ ਸਰਵ ਵਿਆਪਕ ਹੈ, ਓਮਨੀ ਪ੍ਰੈਜ਼ੈਂਟ ਆਪਾਂ ਕਹਿੰਦੇ ਹਾਂ, ਹਰ ਥਾਂ ਵਿਆਪਕ ਜਿਹੜਾ ਪ੍ਰੈਜ਼ੈਂਟ ਹੈ ਪਰਮਾਤਮਾ, ਉਹ ਹੈਗਾ ਜੀ। ਮੈਨੂੰ ਲੱਗਦਾ ਫਿਰ ਇੰਨੇ ਕੋਈ ਵਿਚਾਰ ਹੈ, ਆਪਾਂ ਇੱਕ ਵਾਰ ਕੰਕਲੂਡ ਕਰ ਲਈਏ ਕਿ ਆਪਾਂ 2 ਸਲੋਕਾਂ ਦੇ ਵਿੱਚ ਆਪਾਂ ਕੀ ਸਾਨੂੰ ਟੇਕਅਵੇਜ਼ ਮਿਲੇ ਨੇ। ਪਹਿਲੇ ਸਲੋਕ ਵਿੱਚ ਕਬੀਰ ਜੀ ਕਹਿੰਦੇ ਕਿ ਕਿਵੇਂ ਜਦੋਂ ਸਾਰੇ ਬੱਦਲ ਹਰ ਪਾਸੇ ਘਿਰੇ ਹੋਏ, ਉਹ ਐਗਜ਼ਾਮਪਲ ਦਿੰਦੇ ਆ ਜਦੋਂ ਬਾਰਿਸ਼ ਦਾ ਜਾਂ ਸਾਉਣ ਦਾ ਮਹੀਨਾ ਹੁੰਦਾ, ਪਰ ਜਿਹੜਾ ਰੱਬੀ ਹੈ ਉਹ ਹਲੇ ਵੀ ਤਰਸਦਾ ਰਹਿੰਦਾ। ਉਵੇਂ ਹੀ ਉਹਦੇ 'ਚੋਂ ਸਾਨੂੰ ਸਿੱਖਣ ਨੂੰ ਮਿਲਿਆ ਕਿ ਪਰਮਾਤਮਾ ਸਾਡੇ ਬਹੁਤ ਜ਼ਿਆਦਾ ਨੇੜੇ ਹੈ, ਹਰ ਤਰਫ ਹੈ, ਹਰ ਚੀਜ਼ ਵਿਆਪਕ ਹੈ, ਹਾਜ਼ਰਾ ਹਜ਼ੂਰ ਹੈ। ਪਰ ਗੱਲ ਸਿਰਫ ਹੈ ਕਿ ਆਪਾਂ ਰਿਅਲਾਈਜ਼ ਕਰੀਏ। ਸਾਡੀ ਮਨ ਤੇ ਪੜਦਾ ਹੀ ਇੱਦਾਂ ਪਿਆ ਹੋਇਆ ਕਿ ਆਪਾਂ ਨਹੀਂ ਦੇਖ ਪਾਉਂਦੇ, ਤੇ ਆਪਾਂ ਜਿਹੜੀ ਪ੍ਰੀਤ ਹੀ ਹੈ, ਆਪਾਂ ਗਲਤ ਪ੍ਰੀਤ ਹੈ, ਉਹ ਮਾਇਆ ਵੱਲ ਲਾਈ ਹੋਈ ਹੈ। ਦੂਜੇ ਸਲੋਕ ਵਿੱਚ ਫਿਰ ਸਾਨੂੰ ਵਿਛੋੜੇ ਦੀ ਐਗਜ਼ਾਮਪਲ ਦੇ ਕੇ ਕਬੀਰ ਜੀ ਸਮਝਾ ਰਹੇ ਨੇ ਕਿ ਕਿਵੇਂ ਇੱਕ ਜਦੋਂ ਜੋ ਬਰਡਸ ਹੁੰਦੀਆਂ, ਛੱਕੜੀ ਦਾ ਵਿਛੋੜਾ ਹੈ, ਉਹਨਾਂ ਨੂੰ ਲੱਗਦਾ ਭਾਵੇਂ ਬੈਠੇ ਨੇੜੇ ਨੇੜੇ ਹੀ ਹੁੰਦੇ ਆ, ਪਰ ਹਨੇਰੇ ਕਰਕੇ ਉਹਨਾਂ ਨੂੰ ਲੱਗਦਾ ਵਿਛੋੜਾ ਪੈ ਗਿਆ, ਪਰ ਫਿਰ ਉਹ ਵੀ ਉਹਨਾਂ ਦਾ ਟੈਂਪਰੇਰੀ ਹੁੰਦਾ। ਪਰ ਕਬੀਰ ਜੀ ਸਾਨੂੰ ਦਿੰਦੇ ਐਗਜ਼ਾਮਪਲ ਦੇ ਕੇ ਸਮਝਾ ਰਿਹਾ ਕਿ ਜਿਹਦਾ ਆਰਾਮ ਨਾਲ ਪ੍ਰਭੂ ਨਾਲ ਵਿਛੋੜਾ ਪੈ ਗਿਆ, ਉਹ ਫਿਰ ਸਦੀਵੀ ਕਾਲੀ ਪੈ ਜਾਂਦਾ, ਤੇ ਉਹਦਾ ਸਲਿਊਸ਼ਨ ਸਿਰਫ ਇੱਕੋ ਹੀ ਹੈ ਕਿ ਅਰਦਾਸ। ਆਪਾਂ ਅਰਦਾਸ ਕਰੀਏ ਤੇ ਆਪਣਾ ਭਾਂਡਾ ਸਿੱਧਾ ਕਰੀਏ ਕਿ ਤਾਂ ਕਿ ਥੋੜਾ ਅੰਮ੍ਰਿਤ ਜਾਂ ਚਿਮਚਿਮ ਜਿਹੜਾ ਵਰਖਾ ਹੋ ਰਹੀ ਹੈ ਉਹ ਸਾਡੇ ਭਾਂਡੇ 'ਚ ਪੈ ਜਾਣ ਜੀ। ਰਵਿੰਦਰ ਅੰਕਲ ਜੀ, ਤੁਸੀਂ ਪਲੀਜ਼ ਕੁਝ ਫਾਈਨਲੀ ਕੰਕਲੂਡ ਕਰਨਾ ਚਾਹੋ ਜੀ। ਬੇਟਾ ਜੀ ਵੈਸੇ ਤਾਂ ਤੁਸੀਂ ਸਾਰਾ ਕੰਕਲੂਡ ਕਰ ਦਿੱਤਾ ਜੀ, ਬਹੁਤ ਸੋਹਣੀਆਂ ਗੱਲਾਂ ਤੁਸੀਂ ਵੀ ਅੱਜ ਕਹੀਆਂ ਨੇ ਜੀ, ਅੱਜ ਕਮਾਲ, ਆਨੰਦ ਜੀ। ਤਰਨਜੋਤ ਜੀ, ਬਸ ਇੱਕ ਗੱਲ ਕਹਾਂਗਾ ਮੈਂ ਵੀ, ਇਸ ਚੀਜ਼ ਤੋਂ ਬਚੀਏ ਕਿਵੇਂ, ਜਿਹੜੀ ਗੁਰਵੀਰ ਜੀ ਨੇ ਗੱਲ ਕੀਤੀ ਹੈ ਕਿ ਰੋਜ਼ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਆਹ ਗਲਤੀਆਂ ਕਰ ਰਹੇ ਹਾਂ, ਉਹ ਗਲਤੀਆਂ ਤੋਂ ਬਚੀਏ ਕਿਵੇਂ। ਮੈਨੂੰ ਇੱਕ ਗੱਲ ਯਾਦ ਆਉਂਦੀ ਹੈ, ਭਾਈ ਜਸਵੀਰ ਸਿੰਘ ਖਾਲਸਾ ਖੰਨੇ ਵਾਲੇ ਕਿਆ ਕਰਦੇ ਸਨ ਕਿ ਜਦੋਂ ਸਮੁੰਦਰ 'ਚ ਤੂਫਾਨ ਆਉਂਦਾ ਨਾ, ਜਿਵੇਂ ਸਾਰੇ ਸੰਸਾਰ 'ਚ ਮਾਇਆ ਦਾ ਤੂਫਾਨ ਹਮੇਸ਼ਾ ਹੀ ਰਹਿੰਦਾ, ਬਣੇ ਹੀ ਰਹਿੰਦਾ, ਸਾਡੇ ਅੰਦਰ ਕੋਈ ਨਾ ਕੋਈ ਤੌਖਲਾ ਚਿੰਤਾ ਮਾਇਆ ਨੂੰ ਲੈ ਕੇ ਜਾਂ ਹੋਰ ਕੁਝ ਲੈ ਕੇ ਹਮੇਸ਼ਾ ਰਹਿੰਦਾ। ਉਹ ਕਹਿੰਦੇ ਜਿਵੇਂ ਇਸ ਤਰ੍ਹਾਂ ਜਿਵੇਂ ਸਮੁੰਦਰ 'ਚ ਹਮੇਸ਼ਾ ਤੂਫਾਨ ਆਇਆ ਹੁੰਦਾ, ਤੇ ਸਿਆਣੇ ਜਾਨਵਰ ਕੀ ਕਰਦੇ ਨੇ, ਮੱਛੀਆਂ ਕੀ ਕਰਦੀਆਂ ਨੇ ਕਿ ਡੂੰਘੇ ਸਮੁੰਦਰ 'ਚ ਚਲੇ ਜਾਂਦੀਆਂ ਨੇ, ਉੱਥੇ ਕੋਈ ਤੂਫਾਨ ਨਹੀਂ ਹੁੰਦਾ, ਬਿਲਕੁਲ ਅੰਦਰ ਸਮੁੰਦਰ ਜਿਹੜਾ ਉਹ ਬਿਲਕੁਲ ਸ਼ਾਂਤ ਹੁੰਦਾ। ਬਸ ਸਾਨੂੰ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਕਿ ਜੋ ਅਸੀਂ ਵਿਚਾਰ ਕਰ ਰਹੇ ਹਾਂ ਨਾ, ਸਾਨੂੰ ਬਹੁਤ ਡੂੰਘੀ ਵਿਚਾਰ ਕਰਨੀ ਚਾਹੀਦੀ ਹੈ, ਆਪਣੇ ਅੰਦਰ ਆਤਮੇ ਬਹੁਤ ਡੂੰਘਾ ਚਲੇ ਜਾਣਾ ਚਾਹੀਦਾ, ਹਮੇਸ਼ਾ ਪ੍ਰਮਾਤਮਾ ਦੇ ਨਾਲ ਕੁਝ ਨਾ ਕੁਝ ਗੱਲਬਾਤ ਜਾਂ ਸਾਡਾ ਪ੍ਰਮਾਤਮਾ ਨਾਲ ਕਨੈਕਸ਼ਨ ਜੁੜਿਆ ਰਹਿਣਾ ਚਾਹੀਦਾ ਹਮੇਸ਼ਾ। ਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਸਾਡੀਆਂ ਜਿਹੜੀਆਂ ਸਾਨੂੰ ਰੋਜ਼ ਤੰਗ ਕਰਦੀਆਂ ਨੇ, ਉਹ ਤੰਗ ਕਰਨੋਂ ਹੌਲੀ ਹੌਲੀ ਹਟ ਜਾਣਗੀਆਂ। ਇਹੀ ਕੰਮ ਕਰੀਏ ਕਿ ਆਪਾਂ ਸਮੁੰਦਰ ਵਿੱਚ ਡੂੰਘੇ ਉਤਰੀਏ ਜਾਂ ਆਸਮਾਨ ਵਿੱਚ ਬਹੁਤ ਉੱਤੇ ਚਲੇ ਜਾਈਏ ਜਿੱਥੇ ਕੋਈ ਤੂਫਾਨ ਨਹੀਂ ਹੈ, ਉਸ ਤਰ੍ਹਾਂ ਹੀ ਅਸੀਂ ਬਚ ਸਕਾਂ। ਧੰਨਵਾਦ ਜੀ। ਵਾਹ ਜੀ, ਬਹੁਤ ਸੋਹਣੇ ਵਿਚਾਰ ਜੀ, ਕਿ ਇਹ ਸਾਰੇ ਗੁੱਡ ਪੁਆਇੰਟ ਜਾਂ ਸਾਰੇ ਇਹ ਚੰਗੀ ਮੱਤ ਲੈ ਕੇ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਜੀ, ਆਪਣੇ ਆਪਾਂ ਅੰਦਰ ਹੀ ਜਾਈਏ ਜੀ, ਤੇ ਕੋਸ਼ਿਸ਼ ਕਰੀਏ ਸਾਡੇ ਮਨ 'ਚ ਸਾਡੀ ਬਿਰਤੀ 'ਚ ਉਹ ਚੀਜ਼ਾਂ ਵਸ ਜਾਣ, ਤੇ ਆਪਾਂ ਪ੍ਰੈਕਟੀਕਲ ਜਿਹੜੇ ਐਗਜ਼ਾਮ ਹੈ ਉਹ 'ਚ ਵੀ ਪਾਸ ਹੋ ਜਾਈਏ ਜੀ। ਤੇ ਮੈਂ ਰਿਕੁਐਸਟ ਕਰਾਂਗਾ ਜੀ ਵਰਿੰਦਰਜੀਤ ਕੌਰ ਆਂਟੀ ਜੀ ਨੂੰ, ਪਲੀਜ਼ ਉਹ ਇੱਕ ਵਾਰ ਦੋਵੇਂ ਸਲੋਕ ਇੱਕ ਵਾਰ ਰੀਡ ਕਰ ਦੇਣ ਜੀ, ਫਿਰ ਆਪਾਂ ਸਮਾਪਤੀ ਕਰੀਏ ਜੀ। ਵਾਹਿਗੁਰੂ ਜੀ। कबीर अंबर कन हर्षाया, बरख परे सरताल, चात्रिक ज्यों तरसत रहे, दिन तिनको को न हवाल। कबीर
अंबर कन हर्षाया बरख परे सरताल चात्रिक ज्यों तरसत रहे तिनको कौन हवाल कबीर चकी जो निस बिछुरे आए मिले पर बात जो नर बिछुरे राम स्यों ना दिन मिले ना रात कबीर चकी जो निद बिछुरे आए मिले पर बात जो नर बिछुरे राम स्यों ना दिन मिले ना रात वाहिगुरु जी का खालसा वाहिगुरु जी की फतेह जियो।